हाँ जी दोस्तों, ਅੱਜ ਆਪਾਂ ਮੈਕਰੋ ਇਕਨੋਮਿਕਸ ਦੀ ਇੰਟਰੋਡਕਸ਼ਨ ਸੀਬੀਐਸਈ ਬੋਰਡ ਦੇ ਅਕੋਰਡਿੰਗ ਕਰਨ ਜਾ ਰਹੇ ਹਾਂ। ਦੇਖੋ ਬੱਚੇ, ਮੈਕਰੋ ਇਕਨੋਮਿਕਸ ਜਿਹੜਾ ਵਰਡ ਹੈ ਉਹਦਾ ਆਪਣੇ ਆਪ ਦਾ ਮੀਨਿੰਗ ਹੀ ਇਹ ਹੈ ਕਿ ਬੜੇ ਲੈਵਲ ਤੇ ਇਕਨੋਮਿਕਸ ਦੀ ਸਟੱਡੀ ਕਰਨੀ ਜਾਂ ਇਕਨੋਮਿਕਸ ਦੀ ਸਮੱਸਿਆਵਾਂ ਦਾ ਹੱਲ ਕਰਨਾ ਆਪਾਂ ਨੇ। ਦੇਖੋ ਬੱਚੇ, ਮੈਕਰੋ ਜਿਹੜਾ ਵਰਡ ਹੈ ਉਹ ਮੈਕਰੋਸ ਵਰਡ ਤੋਂ ਲਿਆ ਗਿਆ, ਜਿਹਦਾ ਮਤਲਬ ਹੈ ਬਹੁਤ ਬੜਾ ਜਾਂ ਲਾਰਜ। ਲਾਰਜ ਇੰਨਾ ਕਿ ਸਾਡੀ ਪੂਰੀ ਦੀ ਪੂਰੀ ਇਕਨੋਮੀ ਦੀ ਇੱਕ ਸਿੰਗਲ ਟਾਈਮ ਦੇ ਵਿੱਚ ਬੈਠ ਕੇ ਅਸੀਂ ਗੱਲ ਕਰ ਸਕਦੇ ਹਾਂ ਕਿ ਇੰਡੀਅਨ ਇਕਨੋਮੀ ਮਤਲਬ ਤੁਸੀਂ ਬੱਚੇ ਇਹ ਸੋਚ ਸਕਦੇ ਹੋ ਕਿ ਜਿਹੜਾ ਫਾਈਨਾਂਸ ਮਿਨਿਸਟਰ ਹੈ ਸਾਡਾ, ਉਹ ਜਿਸ ਲੈਵਲ ਤੋਂ ਸੋਚਦਾ ਹੈ, ਜਾਂ ਫਾਈਨਾਂਸ ਮਿਨਿਸਟਰ ਪੂਰੇ ਇੰਡੀਆ ਬਾਰੇ, ਪੂਰੇ ਇੰਡੀਆ ਦੇ ਵਿੱਚ ਰਹਿ ਰਹੇ ਬੱਚਿਆਂ ਬਾਰੇ, ਪੂਰੇ ਇੰਡੀਆ ਦੇ ਵਿੱਚ ਮਹਿੰਗਾਈ ਦੀ ਸਮੱਸਿਆ ਬਾਰੇ, ਪੂਰੇ ਇੰਡੀਆ 'ਚ ਰੋਜ਼ਗਾਰ ਦੀ ਸਮੱਸਿਆ ਬਾਰੇ ਉਹ ਸਟੱਡੀ ਕਰਦਾ ਹੈ, ਉਹ ਅਧਿਐਨ ਕਰਦਾ ਹੈ ਕਿ ਇਹ ਹਾਲਾਤ ਕਿੱਥੇ ਨੇ, ਇਹ ਸੁਧਾਰੇ ਕਿਵੇਂ ਜਾ ਸਕਦੇ ਨੇ, ਲੋਕਾਂ ਦਾ ਭਲਾ ਕਿਵੇਂ ਕੀਤਾ ਜਾ ਸਕਦਾ ਹੈ। ਇਹਨਾਂ ਸਭ ਚੀਜ਼ਾਂ ਬਾਰੇ ਮੈਕਰੋ ਇਕਨੋਮਿਕਸ ਦੇ ਵਿੱਚ ਸਟੱਡੀ ਕੀਤੀ ਜਾਂਦੀ ਹੈ। ਤਾਂ ਇੱਕ ਜੇ ਆਪਾਂ ਡੈਫੀਨੇਸ਼ਨ ਨੂੰ ਧਿਆਨ ਨਾਲ ਦੇਖੀਏ ਤਾਂ ਮੈਕਰੋ ਇਕਨੋਮਿਕਸ ਨੂੰ ਅਸੀਂ ਇਹ ਕਹਿ ਸਕਦੇ ਹਾਂ ਕਿ ਇਹ ਇਕਨੋਮਿਕਸ ਦਾ ਉਹ ਵਾਲਾ ਪਾਰਟ ਹੈ ਜਿਹਦੇ ਵਿੱਚ ਅਸੀਂ ਪੂਰੀ ਦੀ ਪੂਰੀ ਇਕਨੋਮੀ ਦੀ ਸਮੱਸਿਆਵਾਂ ਦੀ ਸਟੱਡੀ ਕਰਦੇ ਹਾਂ, ਵੀ ਉਹ ਸਮੱਸਿਆਵਾਂ ਕਿਉਂ ਆਈਆਂ ਤੇ ਉਹਨਾਂ ਸਮੱਸਿਆਵਾਂ ਦਾ ਹੱਲ ਕੀ ਹੈ, ਉਸ ਪ੍ਰੋਬਲਮਸ ਨੂੰ ਸੋਲਵ ਕਿੱਦਾਂ ਕੀਤਾ ਜਾ ਸਕਦਾ ਹੈ। ਇਹ ਸਾਰਾ ਕੁਝ ਅਸੀਂ ਮੈਕਰੋ ਇਕਨੋਮਿਕਸ ਦੇ ਵਿੱਚ ਪੜ੍ਹਦੇ ਹਾਂ ਔਰ ਇਹੀ ਚੀਜ਼ ਸਾਨੂੰ ਡੈਫੀਨੇਸ਼ਨ ਦੇ ਵਿੱਚ ਦੱਸੀ ਗਈ ਹੈ। ਮੀਨਸ ਅਸੀਂ ਮੈਕਰੋ ਇਕਨੋਮਿਕਸ 'ਚ ਜੋ ਸਟੱਡੀ ਕਰਦੇ ਹਾਂ ਉਹ ਸਟੱਡੀ ਕਰਨ ਤੋਂ ਬਾਅਦ ਇੱਕ ਫਾਈਨਾਂਸ ਮਿਨਿਸਟਰ ਜਾਂ ਪ੍ਰਾਈਮ ਮਿਨਿਸਟਰ ਪੈਸੇ ਨਾਲ ਰਿਲੇਟਡ ਪੂਰੇ ਇੰਡੀਆ ਦੇ ਬਾਰੇ ਜੋ ਵੀ ਚੀਜ਼ਾਂ ਸੋਚਦਾ ਹੈ ਭਲੇ ਵਾਸਤੇ, ਸੋਚਦਾ ਤਾਂ ਚਲੋ ਭਲੇ ਵਾਸਤੇ ਹੈ, ਰੀਅਲ ਲੈਵਲ ਤੇ ਉਹ ਚੀਜ਼ ਹੁੰਦੀ ਹੈ ਜਾਂ ਨਹੀਂ ਹੁੰਦੀ ਉਹ ਇੱਕ ਵੱਖਰਾ ਇਸ਼ੂ ਹੈ। ਲੇਕਿਨ ਹਰ ਇੱਕ ਸਰਕਾਰ, ਹਰ ਇੱਕ 5 ਈਅਰ ਪਲਾਨ ਨੇ ਪੂਰੀ ਦੀ ਪੂਰੀ ਕੋਸ਼ਿਸ਼ ਕਰਦਾ ਹੈ ਕਿ ਮਹਿੰਗਾਈ ਖਤਮ ਕੀਤੀ ਜਾਵੇ, ਸਭ ਨੂੰ ਰੋਜ਼ਗਾਰ ਦਿੱਤਾ ਜਾਵੇ, ਸਸਤਾਈ ਲੈ ਕੇ ਆਈ ਜਾਵੇ, ਮਾਰਕੀਟ 'ਚ ਮੰਦੀ ਨੂੰ ਖਤਮ ਕੀਤਾ ਜਾਵੇ, ਹਰ ਇੱਕ ਖੁਸ਼ਹਾਲ ਹੋਵੇ ਬੰਦਾ, ਹਰ ਇੱਕ ਵਿਅਕਤੀ ਨੂੰ ਜਿਹੜੀ ਬੇਸਿਕ ਜ਼ਰੂਰਤਾਂ ਨੇ ਉਹਨਾਂ ਦੀ ਪੂਰੀਆਂ ਹੋਣ, ਗਰੋਥ ਹੋਵੇ, ਦੇਸ਼ 'ਚ ਰਹਿ ਰਹੇ ਨਿਵਾਸੀ ਜਿਹੜੇ ਉਹਨਾਂ ਦਾ ਪੂਰਾ ਕਲਿਆਣ ਹੋਵੇ ਔਰ ਡਿਪਰੈਸ਼ਨ ਮੀਨਸ ਮੰਦੀ ਦੀ ਸਥਿਤੀ ਨਾ ਆਵੇ। ਇਹੀ ਮੈਕਰੋ ਇਕਨੋਮਿਕ ਦੀ ਸਟੱਡੀ ਪੂਰੇ ਲੈਵਲ ਤੇ, ਇੰਡੀਆ ਲੈਵਲ ਤੇ ਅਸੀਂ ਜਦੋਂ ਕਰਦੇ ਹਾਂ ਤਾਂ ਅਸੀਂ ਮੈਕਰੋ ਇਕਨੋਮਿਕਸ ਦੀ ਗੱਲ ਕਰਦੇ ਹਾਂ। ਔਰ ਇਸੇ ਵਿੱਚ ਸਾਨੂੰ ਇੱਕ M.H. ਸਪੈਂਸਰ ਨਾਮ ਦੇ ਐਮੀਨੈਂਟ ਅਰਥ ਸ਼ਾਸਤਰੀ ਨੇ ਇੱਕ ਡੈਫੀਨੇਸ਼ਨ ਵੀ ਦਿੱਤੀ ਹੈ। ਉਸ ਦੀ ਡੈਫੀਨੇਸ਼ਨ ਨੂੰ ਵੀ ਸਟੱਡੀ ਕਰ ਲੈਂਦੇ ਹਾਂ ਕਿ ਮੈਕਰੋ ਇਕਨੋਮਿਕਸ ਪੂਰੀ ਦੀ ਪੂਰੀ ਇਕਨੋਮੀ ਦੇ ਬਾਰੇ ਸਟੱਡੀ ਕਰਦਾ ਹੈ, ਮਤਲਬ ਪੂਰੀ ਇਕਨੋਮੀ ਜਾਂ ਪੂਰੀ ਇਕਨੋਮੀ ਦੇ ਬਹੁਤ ਵੱਡੇ ਹਿੱਸੇ ਦੀ ਸਟੱਡੀ ਕਰਦਾ ਹੈ। ਓਕੇ, ਤਾਂ ਮੈਕਰੋ ਇਕਨੋਮਿਕਸ ਅਸੀਂ ਜਿਹੜੀਆਂ ਪ੍ਰੋਬਲਮਸ ਹੁੰਦੀਆਂ ਨੇ ਉਹ ਬੜੇ ਲੈਵਲਸ ਤੇ, ਬੇਰੁਜ਼ਗਾਰੀ ਦੀ ਪ੍ਰੋਬਲਮ ਬਹੁਤ ਬੜੇ ਲੈਵਲ ਤੇ, ਮਤਲਬ ਇੰਡੀਆ ਦੇ ਲੈਵਲ ਤੇ ਮਹਿੰਗਾਈ ਦੀ ਸਮੱਸਿਆਵਾਂ, ਮਤਲਬ ਰਾਸ਼ਟਰ ਲੈਵਲ ਤੇ, ਨੈਸ਼ਨ ਲੈਵਲ ਤੇ ਪ੍ਰੋਬਲਮਸ ਦੀ ਸਟੱਡੀ ਤੇ ਪ੍ਰੋਬਲਮਸ ਦੇ ਸੋਲਿਊਸ਼ਨ ਬਾਰੇ ਚਰਚਾ ਕੀਤੀ ਜਾਂਦੀ ਹੈ। ਉਸ ਨੂੰ ਅਸੀਂ ਬੱਚੇ ਮੈਕਰੋ ਇਕਨੋਮਿਕਸ ਬੋਲਦੇ ਹਾਂ। ਤਾਂ ਮੈਕਰੋ ਇਕਨੋਮਿਕਸ ਮਾਈਕਰੋ ਇਕਨੋਮਿਕਸ ਤੋਂ ਅਲੱਗ ਕਿਵੇਂ ਹੈ, ਆਪਣਾ ਅਗਲਾ ਟੌਪਿਕ ਹੈ। ਮੈਕਰੋ ਇਕਨੋਮਿਕਸ ਡਿਫਰ ਕਿਉਂ ਹੈ ਮਾਈਕਰੋ ਇਕਨੋਮਿਕਸ ਤੋਂ। ਦੇਖੋ, ਜਦੋਂ ਮੈਂ ਤੁਹਾਨੂੰ ਇੱਕ ਗੱਲ ਦੱਸਦਾ, ਇੱਕ ਇੰਡਸਟਰੀ ਹੁੰਦਾ ਵਰਡ, ਇੱਕ ਹੁੰਦਾ ਫਰਮ। ਜਦੋਂ ਬੱਚੇ ਆਪਾਂ ਗੱਲ ਕਰਦੇ ਹਾਂ ਇੰਡਸਟਰੀ ਦੀ, ਤਾਂ ਇੰਡਸਟਰੀ ਵਰਡ ਬੋਲਣ ਦੇ ਨਾਲ ਮੈਂ ਉਹ ਸਾਰੇ, ਜਿਸ ਇੰਡਸਟਰੀ ਦੀ ਮੈਂ ਗੱਲ ਕਰੂੰਗਾ, ਜੇ ਮੈਂ ਗੱਲ ਕਰਦਾ ਮੋਬਾਈਲ ਇੰਡਸਟਰੀ ਦੀ, ਤਾਂ ਮੈਂ ਪੂਰੇ ਪੰਜਾਬ ਦੀ ਮੋਬਾਈਲ ਇੰਡਸਟਰੀ ਦੀ ਫੋਰ ਐਗਜ਼ਾਮਪਲ ਗੱਲ ਕਰਦਾ ਤਾਂ ਪੂਰੇ ਪੰਜਾਬ 'ਚ ਜਿੰਨੇ ਵੀ ਲੋਕ ਮੋਬਾਈਲ ਦਾ ਕੰਮ ਕਰਦੇ ਨੇ ਉਹ ਸਾਰੇ ਮੋਬਾਈਲਾਂ ਦਾ ਕੰਮ ਕਰਨ ਵਾਲੇ ਫਰਮਸ ਹੋ ਗਈਆਂ, ਸ਼ਾਪਸ ਹੋ ਗਈਆਂ, ਫੈਕਟਰੀਜ਼ ਹੋ ਗਈਆਂ, ਕੰਪਨੀਜ਼ ਹੋ ਗਈਆਂ, ਮੈਂ ਉਹ ਸਭ ਲੋਕਾਂ ਨੂੰ ਆਪਣੀ ਇੱਕ ਵਰਡ ਹੈ ਜਿਹੜਾ ਇਹ ਉਹਦੇ ਵਿੱਚ ਸ਼ਾਮਿਲ ਕਰ ਚੁੱਕਿਆ, ਇੰਡਸਟਰੀ, ਪੰਜਾਬ ਦੀ ਮੋਬਾਈਲ ਇੰਡਸਟਰੀ। ਜਦੋਂ ਅਸੀਂ ਕਿਸੇ ਇੱਕ ਸਿੰਗਲ ਇੰਡਸਟਰੀ ਬਾਰੇ ਸਟੱਡੀ ਕਰਦੇ ਹਾਂ, ਇੱਕ ਸਿੰਗਲ ਲਾਈਨ ਬਾਰੇ ਗੱਲ ਕਰਦੇ ਹਾਂ ਜਾਂ ਇੱਕ ਫਰਮ ਬਾਰੇ ਗੱਲ ਕਰਦੇ ਹਾਂ, ਆਪਣੇ ਏਰੀਏ ਦੀ ਫਰਮ, ਲੋਕਲ ਫਰਮ ਜਾਂ ਪੂਰੇ ਇੰਡੀਆ ਦੇ ਵਿੱਚ ਸਾਰੀ ਫਰਮ ਜਾਂ ਪੂਰੇ ਪੰਜਾਬ ਦੀ ਇੱਕ ਖਾਸ ਲਾਈਨ ਦੀ ਗੱਲ ਕਰਦੇ ਹਾਂ, ਤਾਂ ਅਸੀਂ ਮਾਈਕਰੋ ਇਕਨੋਮਿਕਸ ਦੀ ਗੱਲ ਕਰਦੇ ਹਾਂ ਕਿਉਂਕਿ ਅਸੀਂ ਛੋਟੇ ਲੈਵਲ ਤੇ ਸਟੱਡੀ ਕਰਦੇ ਹਾਂ। ਅਸੀਂ ਹਰ ਇੱਕ ਪ੍ਰੋਡਕਟ ਦੀ, ਇੰਡਸਟਰੀ ਦੀ ਨਹੀਂ ਗੱਲ ਕਰਦਾ। ਮੈਂ ਪੈਨ ਦੀ ਤਾਂ ਬਿਲਕੁਲ ਨਹੀਂ ਗੱਲ ਕਰ ਰਿਹਾ, ਮੈਂ ਬਿਲਕੁਲ ਵੀ ਕੈਲਕੂਲੇਟਰ ਦੀ ਨਹੀਂ ਗੱਲ ਕਰ ਰਿਹਾ, ਮੈਂ ਜਸਟ ਮੋਬਾਈਲ ਦੀ ਗੱਲ ਕਰ ਰਿਹਾ, ਫਰਨੀਚਰ ਦੀ ਗੱਲ ਵੀ ਨਹੀਂ ਕਰ ਰਿਹਾ, ਕਲੌਥ ਮੈਨੂਫੈਕਚਰਰਸ ਦੀ ਵੀ ਨਹੀਂ ਗੱਲ ਕਰ ਰਿਹਾ। ਇਹ ਸਾਰੇ ਜਿੰਨੇ ਵੀ ਪ੍ਰੋਡਿਊਸਰਸ ਨੇ ਇਹ ਸਭ ਦੀ ਅਲੱਗ-ਅਲੱਗ ਇੰਡਸਟਰੀ ਹੈ। ਕੱਪੜਾ ਇੰਡਸਟਰੀ ਹੈ, ਸਾਈਕਲ ਇੰਡਸਟਰੀ ਹੈ, ਫਰਨੀਚਰ ਇੰਡਸਟਰੀ ਹੈ, ਵੁੱਡ ਇੰਡਸਟਰੀ ਕਹਿ ਲਓ, ਪੇਪਰ ਇੰਡਸਟਰੀ ਕਹਿ ਲਓ, ਕੋਈ ਵੀ ਇੰਡਸਟਰੀ ਕਹਿ ਲਓ। ਜਦ ਮੈਂ ਹਰ ਇੱਕ ਤੱਕ ਇੰਡਸਟਰੀ ਦੀ ਗੱਲ ਕਰਦਾ
ਹਰ ਇੱਕ ਇੰਡਸਟਰੀ 'ਚ ਬੇਰੁਜ਼ਗਾਰੀ ਦੀ ਗੱਲ ਕਰਦਾ ਹੈ, ਹਰ ਇੱਕ ਇੰਡਸਟਰੀ 'ਚ ਕੀਮਤ ਨੂੰ ਕਿਵੇਂ ਡਿਸਾਈਡ ਕੀਤਾ ਜਾਵੇ ਜਾਂ ਕੀਮਤ ਨੂੰ ਕੰਟਰੋਲ 'ਚ ਰੱਖਿਆ ਜਾਵੇ। ਕੀਮਤ ਬਹੁਤ ਘੱਟ ਵੀ ਨਹੀਂ ਹੋਣੀ ਚਾਹੀਦੀ ਤਾਂ ਕਿ ਪ੍ਰੋਡਕਸ਼ਨ ਕਰਨ ਲਈ ਜਿਹੜੇ ਫੈਕਟਰ ਯੂਜ਼ ਹੋ ਰਹੇ ਨੇ, ਲੇਬਰ ਯੂਜ਼ ਹੋ ਰਹੀ ਹੈ, ਮਸ਼ੀਨ ਯੂਜ਼ ਹੋ ਰਹੀ ਹੈ, ਜਾਂ ਤੁਸੀਂ ਜ਼ਮੀਨ ਕਹਿ ਲਓ ਯੂਜ਼ ਹੋ ਰਹੀ ਹੈ, ਪੂੰਜੀ ਯੂਜ਼ ਹੋ ਰਹੀ ਹੈ, ਜਾਂ ਜੋ ਬੰਦੇ ਪ੍ਰੋਡਕਸ਼ਨ ਦੇ ਕੰਮ 'ਚ ਲੱਗੇ ਉਹਨਾਂ ਨੂੰ ਪ੍ਰੋਫਿਟ ਵੀ ਮਿਲਣਾ ਚਾਹੀਦਾ। ਜੇ ਉਹਨਾਂ ਨੂੰ ਉਹ ਚੀਜ਼ਾਂ ਵੀ ਸਫੀਸ਼ੀਐਂਟ ਨਹੀਂ ਮਿਲਣਗੀਆਂ ਤਾਂ ਉਹ ਵੀ ਮਾੜਾ ਹੈ। ਲੇਕਿਨ ਜੇ ਕੋਈ ਜ਼ਿਆਦਾ ਪ੍ਰੋਫਿਟ ਕਮਾਉਂਦਾ ਹੈ, ਕੋਈ ਬਹੁਤ ਜ਼ਿਆਦਾ ਰੈਂਟ ਲੈਂਦਾ ਹੈ, ਕੋਈ ਬਹੁਤ ਜ਼ਿਆਦਾ ਵਿਆਜ ਲੈਂਦਾ ਹੈ, ਤਾਂ ਉਹ ਬਹੁਤ ਹੀ ਇੱਕ ਗਲਤ ਗੱਲ ਹੈ। ਤਾਂ ਮੈਕਰੋ ਇਕਨੋਮਿਕਸ 'ਚ ਅਸੀਂ ਹਰ ਇੱਕ ਇੰਡਸਟਰੀ ਦੀ ਸਮੱਸਿਆ ਦੀ ਸਟੱਡੀ ਕਰਦੇ ਹਾਂ, ਜਦਕਿ ਮਾਈਕਰੋ ਇਕਨੋਮਿਕਸ ਦੇ ਵਿੱਚ ਅਸੀਂ ਬਹੁਤ ਹੀ ਛੋਟੇ ਲੈਵਲ ਤੇ ਇੱਕ ਫਰਮ ਦੀ, ਇੱਕ ਇੰਡਸਟਰੀ ਦੀ, ਇੱਕ ਮਾਰਕੀਟ ਦੀ, ਆਪਣੀ ਲੋਕਲ ਸਮੱਸਿਆਵਾਂ ਜਾਂ ਇੰਡਸਟਰੀ ਦੀ ਜਾਂ ਫਰਮ ਦੀ ਸਟੱਡੀ ਕਰਦੇ ਹਾਂ ਵੀ ਉਸ ਦੇ ਵਿੱਚ ਪ੍ਰਾਈਸ ਕਿਵੇਂ ਸੈੱਟ ਕੀਤਾ ਜਾਵੇ, ਵਰਕਰਸ ਨੂੰ ਦਿਹਾੜੀ ਕਿੰਨੀ ਦਿੱਤੀ ਜਾਵੇ, ਵਰਕਰ ਦੀ ਦਿਹਾੜੀ ਕਿਵੇਂ ਸੈੱਟ ਹੋਵੇ, ਇਹ ਸਭ ਚੀਜ਼ਾਂ ਦੀ ਅਸੀਂ ਸਟੱਡੀ ਕਰਦੇ ਹਾਂ। ਤਾਂ ਆਓ ਆਪਾਂ ਕੁਝ ਹੋਰ ਪੁਆਇੰਟਸ ਦੇਖਦੇ ਹਾਂ ਜਿਨ੍ਹਾਂ ਵਿੱਚ ਮਾਈਕਰੋ ਇਕਨੋਮਿਕਸ ਤੇ ਮੈਕਰੋ ਇਕਨੋਮਿਕਸ ਦੇ ਡਿਫਰੈਂਸ ਬਾਰੇ ਗੱਲ ਹੈ। ਪਹਿਲਾ ਪੁਆਇੰਟ ਬੱਚੇ ਬੇਸਿਸ ਆਫ ਦੀ ਸਟੱਡੀ। ਮਾਈਕਰੋ ਇਕਨੋਮਿਕਸ 'ਚ ਜੋ ਅਸੀਂ ਸਟੱਡੀ ਕਰਦੇ ਹਾਂ ਉਹ ਇੱਕ ਬੰਦਾ, ਇੱਕ ਘਰ ਜਾਂ ਇੱਕ ਫਰਮ ਜਾਂ ਇੱਕ ਇੰਡਸਟਰੀ ਦੇ ਕੋਲ ਜੋ ਚੀਜ਼ ਹੈ ਉਹ ਉਸ ਚੀਜ਼ ਦੀ ਕਿਵੇਂ ਅੱਛੀ ਵਰਤੋਂ ਕਰ ਸਕਦਾ ਹੈ, ਉਸ ਦੀ ਚੁਆਇਸ ਦੀ ਪ੍ਰੋਬਲਮ, ਜਾਂ ਉਸ ਦੇ ਕੋਲ ਜੇ ਕੋਈ ਚੀਜ਼ ਘੱਟ ਹੈ, ਪੈਸਾ ਘੱਟ ਹੈ ਜਾਂ ਮਟੀਰੀਅਲ ਘੱਟ ਹੈ, ਜਾਂ ਸਕਾਰਸਿਟੀ ਦੀ ਸਟੱਡੀ ਕਰਦੇ ਹਾਂ ਅਸੀਂ, ਪ੍ਰੋਬਲਮ ਆਫ ਸਕਾਰਸਿਟੀ। ਲੇਕਿਨ ਜੋ ਪ੍ਰੋਬਲਮ ਆਫ ਸਕਾਰਸਿਟੀ ਹੈ ਜਾਂ ਜੋ ਚੀਜ਼ ਥੋੜਾ ਹੈ, ਸਕਾਰਸਿਟੀ ਮੀਨਸ ਥੋੜੀ ਹੋਣਾ ਚੀਜ਼ ਦਾ, ਜਾਂ ਦੁਰਲਭਤਾ ਹੋਣੀ, ਕਿਸੇ ਚੀਜ਼ ਦਾ ਘੱਟ ਹੋਣਾ। ਜਦੋਂ ਕੋਈ ਚੀਜ਼ ਘੱਟ ਹੁੰਦੀ ਹੈ ਪ੍ਰੋਬਲਮਸ ਸਾਰੀਆਂ ਉਦੋਂ ਹੀ ਆਪਣੀਆਂ ਅਰਾਈਜ਼ ਹੁੰਦੀਆਂ ਨੇ। ਤਾਂ ਆਪਣੇ ਕੋਲ ਸਕਾਰਸਿਟੀ ਦੀ ਪ੍ਰੋਬਲਮ ਜਦੋਂ ਛੋਟੇ ਲੈਵਲ ਤੇ, ਇੱਕ ਬੰਦੇ ਦੇ ਲੈਵਲ ਤੇ, ਇੱਕ ਘਰ ਦੇ ਲੈਵਲ ਤੇ, ਇੱਕ ਇੰਡਸਟਰੀ ਲੈਵਲ ਤੇ, ਜਾਂ ਇੱਕ ਫਰਮ ਲੈਵਲ ਤੇ, ਇੱਕ ਛੋਟੀ ਜਿਹੀ ਮਾਰਕੀਟ ਦੇ ਲੈਵਲ ਤੇ ਜਦੋਂ ਅਸੀਂ ਕਰਦੇ ਹਾਂ ਸਟੱਡੀ ਜਾਂ ਗੱਲ, ਉਹਨੂੰ ਮਾਈਕਰੋ ਇਕਨੋਮਿਕਸ ਕਹਿੰਦੇ ਆ, ਛੋਟੀ ਵਾਲੀ ਇਕਨੋਮਿਕਸ ਕਹਿੰਦੇ ਆ। ਲੇਕਿਨ ਜਿਹੜਾ ਮੈਕਰੋ ਇਕਨੋਮਿਕਸ ਹੈ ਉਸ ਦੇ ਵਿੱਚ ਪੂਰੀ ਦੀ ਪੂਰੀ ਇਕਨੋਮੀ, ਫੋਰ ਐਗਜ਼ਾਮਪਲ ਆਪਾਂ ਪੂਰੀ ਦੀ ਪੂਰੀ ਇੰਡੀਆ ਦੀ ਗੱਲ ਕਰ ਸਕਦੇ ਹਾਂ, ਪੂਰੇ ਪੰਜਾਬ ਦੀ ਗੱਲ ਕਰ ਸਕਦੇ ਹਾਂ, ਤਾਂ ਉਸ ਨੂੰ ਅਸੀਂ ਮੈਕਰੋ ਇਕਨੋਮਿਕਸ ਬੋਲਦੇ ਹਾਂ। ਬੱਚੇ ਕਲੀਅਰ ਹੋ ਗਿਆ? ਤਾਂ ਮਾਈਕਰੋ ਇਕਨੋਮਿਕਸ 'ਚ ਅਸੀਂ ਸਟੱਡੀ ਕਰਦੇ ਹਾਂ ਕਿ ਕੰਜ਼ਿਊਮਰ ਕਿਹੜੀ ਚੀਜ਼ ਖਰੀਦੂਗਾ, ਕੰਜ਼ਿਊਮਰ ਨੂੰ ਜੋ ਚੀਜ਼ ਖਰੀਦਣੀ ਹੈ ਉਹ ਚੀਜ਼ ਦਾ ਕਿੰਨਾ ਪ੍ਰਾਈਸ ਉਹ ਦੇਣ ਲਈ ਰੈਡੀ ਹੈ। ਚੀਜ਼ ਵਸਤੂ ਵੀ ਹੋ ਸਕਦੀ ਹੈ, ਉਹ ਚੀਜ਼ ਸਰਵਿਸ ਵੀ ਹੋ ਸਕਦੀ ਹੈ। ਅਸੀਂ ਕਿਸ ਤਰੀਕੇ ਨਾਲ ਉਸ ਗੁੱਡਸ ਦਾ ਪ੍ਰਾਈਸ ਸੈੱਟ ਰੱਖੀਏ ਤਾਂ ਕਿ ਕਸਟਮਰ ਦੀ ਸੈਟਿਸਫੈਕਸ਼ਨ ਮੈਕਸਿਮਮ ਹੋ ਜਾਵੇ, ਕਿਉਂਕਿ ਇੱਕ ਕਸਟਮਰ ਜੋ ਹੈ ਉਹਦੀ ਜੋ ਵੀ ਇਨਕਮ ਹੈ ਉਸ ਅਕੋਰਡਿੰਗ ਸਾਨੂੰ ਚੀਜ਼ ਵੇਚਣੀ ਪਏਗੀ। ਹੁਣ ਚੰਡੀਗੜ੍ਹ ਦੇ ਵਿੱਚ ਜਾਂ ਬੜੇ ਬੜੇ ਸ਼ਹਿਰਾਂ ਦੇ ਵਿੱਚ ਮਹਿੰਗੀ ਵਾਲੀ ਚੀਜ਼ ਵੀ ਵਿਕਦੀ ਹੈ। ਇੱਕ ਸ਼ੂਜ਼ ਦੀ ਵੀ ਗੱਲ ਕਰ ਲਈ ਬੱਚੇ, ਤਾਂ ਇੱਕ ਸ਼ੂਜ਼ ਚੰਡੀਗੜ੍ਹ ਜਾਂ ਲੁਧਿਆਣੇ ਦੇ ਵਿੱਚ 2000, 2500, 3500, 4000, 4500, 8000, 10000, 20000 ਤੱਕ ਦਾ ਵੀ ਸ਼ੂਜ਼ ਪਿਆ ਹੈ, ਔਰ ਤੁਹਾਨੂੰ 250 ਰੁਪਏ ਦਾ, 100 ਰੁਪਏ ਦਾ ਸ਼ੂਜ਼ ਵੀ ਮਿਲ ਜੂਗਾ, ਬੂਟ ਵੀ ਮਿਲ ਜੂਗਾ। ਤਾਂ ਮੇਰੇ ਕਹਿਣ ਦਾ ਮਤਲਬ ਹੈ ਕਿ ਕਸਟਮਰ ਦੀ ਇਨਕਮ ਦੇ ਅਕੋਰਡਿੰਗ ਉਸਨੂੰ ਪ੍ਰੋਡਕਟ ਅਵੇਲ ਕਰਵਾਣਾ, ਚੀਜ਼ ਉਪਲਬਧ ਕਰਵਾ ਦੇਣਾ ਜਾਂ ਸਰਵਿਸ ਉਪਲਬਧ ਕਰਵਾ ਦੇਣਾ, ਇਹ ਮਾਈਕਰੋ ਇਕਨੋਮਿਕਸ ਦੀ ਸਟੱਡੀ ਹੈ। ਜਦਕਿ ਮੈਕਰੋ ਇਕਨੋਮਿਕਸ 'ਚ ਅਸੀਂ ਗੱਲ ਕਰਦੇ ਹਾਂ ਦੇਸ਼ ਦੇ ਵਿੱਚ ਸੁਰੱਖਿਆ ਗੁੱਡਸ, ਡਿਫੈਂਸ ਗੁੱਡਸ, ਲਾਈਕ ਮਿਲਟਰੀ ਨੂੰ ਮਿਸਾਈਲਸ ਚਾਹੀਦੀਆਂ, ਬੰਬਸ ਚਾਹੀਦੇ ਹੈ, ਐਮਿਊਨੀਸ਼ਨ ਚਾਹੀਦਾ ਹੈ, ਰਾਈਫਲਸ ਚਾਹੀਦੀਆਂ ਨੇ, AK-47 ਚਾਹੀਦੀ ਹੈ। ਇਹ ਸਭ ਚੀਜ਼ਾਂ ਡਿਫੈਂਸ ਗੁੱਡਸ ਹੁੰਦਾ ਹੈ। ਟੈਂਕਸ ਚਾਹੀਦੇ ਹੈ, ਜਾਂ ਕੰਜ਼ਿਊਮਰ ਗੁੱਡਸ, ਰੋਟੀ, ਬ੍ਰੈਡ, ਜਾਂ ਹਲਕਾ ਫੁਲਕਾ ਕੱਪੜਾ, ਜਾਂ ਆਇਲ, ਕਣਕ, ਗ੍ਰੀਨਸ, ਅਨਾਜ, ਇਸ ਤਰ੍ਹਾਂ ਦੀਆਂ ਚੀਜ਼ਾਂ। ਤਾਂ ਕਿ ਨੈਸ਼ਨਲ ਲੈਵਲ ਤੇ ਮੈਕਰੋ ਇਕਨੋਮਿਕਸ ਸਰਕਾਰ ਦਾ ਇਹ ਡਿਊਟੀ ਹੁੰਦੀ ਹੈ ਕਿ ਉਹ ਰਹਿ ਰਹੇ ਲੋਕਾਂ ਦਾ ਕਲਿਆਣ ਕਰੇ ਔਰ ਵੱਧ ਤੋਂ ਵੱਧ ਕਲਿਆਣ ਨੂੰ, ਵੈਲਫੇਅਰ ਨੂੰ ਮੈਕਸਿਮਾਈਜ਼ ਕਰਨ ਦੀ ਕੋਸ਼ਿਸ਼ ਕਰੇ। ਤਾਂ ਮੈਕਰੋ ਇਕਨੋਮਿਕਸ ਅਸੀਂ ਪੂਰੀ ਦੀ ਪੂਰੀ ਜਨਸੰਖਿਆ, ਪੂਰੇ ਦੇ ਪੂਰੇ ਸ਼ਹਿਰ, ਪੂਰੇ ਦੇ ਪੂਰੀ ਸਟੇਟ ਦੀ ਗੱਲ ਕਰਦੇ ਹਾਂ, ਜਦਕਿ ਮਾਈਕਰੋ ਇਕਨੋਮਿਕਸ 'ਚ ਅਸੀਂ ਗੱਲ ਕਰਦੇ ਹਾਂ ਕਿ ਮੇਰੀ ਫਰਮ, ਮੇਰਾ ਘਰ, ਮੇਰਾ ਪ੍ਰੋਡਕਟ ਉਹ ਅੱਛਾ ਵਿਕੇ ਮਾਰਕੀਟ ਦੇ ਵਿੱਚ, ਔਰ ਕਸਟਮਰ ਅੱਛਾ ਰੇਟ ਦੇਵੇ ਉਹਦਾ, ਔਰ ਜੋ ਮੇਰੇ ਵਰਕਰਸ ਨੇ ਜੋ ਮੇਰੇ ਕੋਲ ਕੰਮ ਕਰ ਰਹੇ ਉਹਨਾਂ ਨੂੰ ਮੈਂ ਅੱਛੀ ਪੇ ਦੇਵਾਂ, ਘੱਟ ਵੀ ਨਾ ਹੋਵੇ ਪੇ ਔਰ ਕੁਝ ਜ਼ਿਆਦਾ ਵੀ ਨਾ ਪੇ ਹੋ ਜਾਵੇ। ਪੇ ਜ਼ਿਆਦਾ ਦੇਵਾਂਗਾ ਤਾਂ ਮੇਰਾ ਖਰਚਾ ਵੱਧ ਜਾਏਗਾ, ਤਾਂ ਪ੍ਰੋਡਕਟ ਦੀ ਕੋਸਟ ਵੱਧ ਜਾਏਗੀ। ਮੈਨੇ ਆਪਣੇ ਆਲੇ ਦੁਆਲੇ ਦੇ ਕਸਟਮਰ ਜੋ ਹੈ ਉਹਨਾਂ ਦੀ ਇਨਕਮ ਦੇ ਅਕੋਰਡਿੰਗ ਉਹਨਾਂ ਨੂੰ ਪ੍ਰੋਡਕਟ ਉਪਲਬਧ ਕਰਵਾਉਣਾ ਹੈ, ਵੇਚਣਾ ਹੈ। ਨੰਬਰ 2 ਬੱਚੇ ਆਪਣੇ ਕੋਲ ਆ ਗਿਆ ਇਕਨੋਮਿਕ ਵੇਰੀਏਬਲਸ। ਮਾਈਕਰੋ ਇਕਨੋਮਿਕਸ ਜੋ ਹੈ, ਮਾਈਕਰੋ ਇਕਨੋਮਿਕਸ ਉਹ ਮਾਈਕਰੋ ਇਕਨੋਮਿਕ ਵੇਰੀਏਬਲਸ ਨੂੰ ਯੂਜ਼ ਕਰਦਾ ਹੈ, ਜਿਵੇਂ ਕਿ ਕੰਜ਼ਿਊਮਰ ਦੀ ਮੰਗ ਤੇ ਪ੍ਰੋਡਿਊਸਰ ਦੀ ਸਪਲਾਈ।
एक कंज्यूमर जो चीज़ मैं बेचना है, मैं पेन बेचना है तो मैं बस पेन बारे सोचना है। मेरा कस्टमर कौन होएगा, एक ऑफिस बॉय होएगा या ऑफिस पर्सन ना होके वो एक स्टूडेंट होएगा या प्रोफेसर होएगा या टीचर होएगा। तो मेरा पूरा का पूरा फोकस कंज्यूमर दी डिमांड और मेरी सप्लाई, मैं किन्ने पेन बना के बेच सकते हैं, किन्ने रुपए का एक पेन बना के बेच सकते हैं, इस चीज ते मेरा फोकस रहूगा। एक छोटे लेवल ते गल आ गई, मेरा घर, मेरा फैक्ट्री, मेरा प्रोडक्ट, मेरा कस्टमर। जो कस्टमर मेरे तो पेन लैन आ रहा है उसनों कॉपी की भी तो जरूरत है, मैं उस बारे बिल्कुल साइलेंट है। उस बंदे नूं उसके घर लिए मिल्क की भी तो जरूरत है, लेकिन मैं इस गल ते बिल्कुल साइलेंट है क्योंकि मेरे लिए तो मेरा प्रोडक्ट पेन है और पेन मैं उन्होंने बेचना है और बेचना चाहना है। बस मैंने इस चीज से ही स्टडी करनी है, मैं उस चीज से ज्यादा स्टडी नहीं करूंगा कि उसनों होर की चाहिए। ये माइक्रो इकोनॉमिक्स की गल है, लेकिन उस व्यक्ति नूं जीवन जीने लिए बहुत होर चीज़ों की भी जरूरत है। जिन्नियां भी होर चीज़ों की उसनों जरूरत है, वो सारिया चीज़ां ਦੇ ਬਾਰੇ ਜਦ ਅਸੀਂ ਸਟੱਡੀ ਕਰਦੇ ਹਾਂ ਤਾਂ ਅਸੀਂ ਮੈਕਰੋ ਇਕਨੋਮਿਕਸ ਦੀ ਗੱਲ ਕਰਦੇ ਹਾਂ, ਜਿਹਦੇ ਵਿੱਚ ਅਸੀਂ ਕੁੱਲ ਦੇਸ਼ ਦੀ ਮੰਗ ਦੀ ਗੱਲ ਕਰਦੇ ਹਾਂ ਜਾਂ ਕੁੱਲ ਪੰਜਾਬ ਦੇ ਵਿੱਚ ਮੰਗ ਦੀ ਗੱਲ ਕਰਦੇ ਹਾਂ, ਫਿਰ ਕੁੱਲ ਪੰਜਾਬ ਦੀ ਜਾਂ ਦੇਸ਼ ਦੀ ਸਪਲਾਈ ਦੀ ਗੱਲ ਕਰਦੇ ਹਾਂ ਕੀ ਚੀਜ਼ਾਂ ਹੈ। ਔਰ ਉਸ ਦੇ ਵਿੱਚ ਕੋਈ ਇੱਕ ਚੀਜ਼ ਦੀ ਨਹੀਂ ਗੱਲ ਕਰਦੇ, ਹਰ ਇੱਕ ਚੀਜ਼, ਹਰ ਇੱਕ ਸਰਵਿਸ ਦੀ ਅਸੀਂ ਗੱਲ ਕਰਦੇ ਹਾਂ ਤਾਂ ਉਹ ਮੈਕਰੋ ਇਕਨੋਮਿਕਸ ਹੈ। ਤਾਂ ਤੀਸਰਾ ਪੁਆਇੰਟ ਆ ਗਿਆ ਇਕਨੋਮਿਕ ਏਜੰਟਸ। ਬੱਚੇ ਇਕਨੋਮਿਕ ਏਜੰਟ ਦਾ ਮਤਲਬ ਹੈ ਜਿਨ੍ਹਾਂ ਬਾਰੇ ਅਸੀਂ ਮੈਕਰੋ ਇਕਨੋਮਿਕਸ ਜਾਂ ਮਾਈਕਰੋ ਇਕਨੋਮਿਕਸ 'ਚ ਸਟੱਡੀ ਕਰਦੇ ਹਾਂ, ਜਿਨ੍ਹਾਂ ਲਈ ਇਹ ਹੈ। ਮਾਈਕਰੋ ਇਕਨੋਮਿਕਸ 'ਚ ਇੱਕ ਇੰਡੀਵਿਜੂਅਲ, ਇੱਕ ਸੰਸਥਾ ਜਾਂ ਇੱਕ ਫਰਮ ਜਾਂ ਇੱਕ ਇੰਡਸਟਰੀ ਜਾਂ ਇੱਕ ਘਰ, ਉਹਦੇ ਲਈ ਸਾਰਾ ਤਾਮਝਾਮ ਹੁੰਦਾ ਹੈ ਕਿਉਂਕਿ उस बंदे ने अपना बिजनेस देखना है, अपना घर देखना है, इंडिविजुअल ने या अपनी फर्म देखनी है या एक लाइन देखनी है पूरी की पूरी इंडस्ट्री। इंडस्ट्री मीन्स ग्रुप ऑफ फर्म्स। इकोनॉमिक एजेंट इंडिविजुअल है, छोटे लेवल ते छोटा बंदा है माइक्रो इकोनॉमिक्स। लेकिन मैक्रो इकोनॉमिक्स दे विच इकोनॉमिक एजेंट जो है वो पूरा दा पूरा पॉपुलेशन है। और बल्कि असी यह चीज़ का ध्यान रखते हैं कि मैक्रो इकोनॉमिक्स दे विच कुछ रेगुलेटिंग एजेंसीज ने। इन वेरी शॉर्ट मैं तो ये चीज़ दसना चाहना कि जिस तरह लोग सही सलामत काम करन, कोई एक बंदा दूसरे बंदे को नुकसान ना पहुंचावे फिजिकली, उस दे लई पुलिस हुंदी है। टीचर अच्छा बिहेव करे बच्चों नाल और बच्चे आपस च लड़न ना, तो टीचर हुंदा और टीचर दे ऊपर प्रिंसीपल हुंदा है, प्रिंसीपल दे ऊपर स्कूल दा मालिक या तुसीं एजुकेशन मिनिस्टर कह लो या बोर्ड कह लो, पंजाब बोर्ड स्कूल एजुकेशन बोर्ड या CBSE सेंट्रल एजुकेशन बोर्ड कह लो या इंटरनेशनल बोर्ड हुंदा है जिहड़ा उस चीज़ नूं काबू रखदा है, कंट्रोल दे विच रखदा है। लेकिन मैक्रो इकोनॉमिक्स दे विच वो बड़ियां बड़ियां संस्थावां हुंदियां ने जिहड़ियां आम कंपनीज ते फोकस रखदियां ने ताकि आम इंसान का नुकसान ना हो सके, आम इंसान का भला हो सके। देखो बच्चे, तुसी कोई चीज़ लैन जाने हो तो जिहड़ी चीज़ तुसी मार्केट च परचेज करोगे वो चीज़ हो सकता तुहानूं गलत दे दी जाए, तुहाडे नाल फ्रॉड हो जाए, धोखा हो जाए। जे तुहाडे नाल फ्रॉड हो गया, धोखा हो गया, तो इस चीज़ की सुनवाई कित्थे है? इस चीज़ की सुनवाई लई तुहानूं कंज्यूमर प्रोटैक्शन एक्ट 1986 दे विच जाना पऊगा। उस दे विच जाके तुहानूं अपनी समस्या दर्ज करवानी पऊगी, नोट करवानी पऊगी। क्योंकि इकोनॉमिक एजेंट माइक्रो इकोनॉमिक्स दे विच एक इंडिविजुअल है, एक फर्म है, एक इंडस्ट्री है, तो वो पूरा निचोड़न की कोशिश करूगी, ग्राहक नूं लुट्टण दी कोशिश करूगी। इसे लई मैक्रो इकोनॉमिक्स जो है ਉਹਦੇ ਵਿੱਚ कुछ ऐसियां संस्थावां ने जो माइक्रो इकोनॉमिक्स ਦੇ ਵਿੱਚ ਜਿਹੜੇ ਬੰਦੇ ਸਿਰਫ ਆਪਣਾ ਪਰਸਨਲ ਫਾਇਦਾ ਉਠਾਉਣ ਲੱਗੇ ਹੋਏ ਨੇ ਉਹਨਾਂ ਤੇ ਕਾਬੂ ਪਾਇਆ ਜਾਂਦਾ ਹੈ। ਜਿਸ ਤਰ੍ਹਾਂ RBI ਹੈ, ਉਹ ਸਾਰੇ ਬੈਂਕਾਂ ਤੇ ਨਿਗਾਹ ਰੱਖਦਾ ਵੀ ਕੋਈ ਵੀ ਬੈਂਕ ਗਲਤ ਕੰਮ ਨਾ ਕਰੇ। ਜੇ ਕੋਈ ਵੀ ਬੈਂਕ ਲੋਕਾਂ ਦੇ ਜਮ੍ਹਾਂ ਪੈਸੇ ਨੂੰ ਖਰਾਬ ਕਰਦਾ ਹੈ ਜਾਂ ਕੁਝ ਵੀ ਗਲਤ ਕੰਮ ਕਰਦਾ ਹੈ ਤਾਂ RBI ਉਸ ਤੇ ਫੁੱਲ ਕੰਟਰੋਲ ਰੱਖਦਾ ਹੈ। ਇਸੇ ਤਰ੍ਹਾਂ ਬੱਚੇ, ਜਦੋਂ ਕੋਈ ਵੀ ਕੰਪਨੀ गलत काम करती है तो SEBI, सिक्योरिटीज एक्सचेंज बोर्ड ऑफ इंडिया, एक बोर्ड है, एक बड़ी संस्था है जिहड़ी संस्था बच्चे हर एक कंपनी सही काम करे। SEBI यह सही काम करने वास्ते SEBI जिहड़ा हैगा रूल्स एंड रेगुलेशनस बनाता है ताकि वो हर एक कंपनी फॉलो करे। जो कंपनी कोई फॉलो नहीं करती तो उन्होंने फाइन लगता है, पेनल्टीज लगदियां ने। सेम लाइक भी तुसी एक अच्छे नागरिक बन के नहीं रहोगे तो पुलिस है तुहानूं डंडे लगाएगी, तुहानूं जेल च रखेगी, कुटेगी, मारेगी। तुसी किवें मर्जी इस चीज़ नूं अंडरस्टैंड कर सकते हो। तो बच्चे,
हाँ 1 मिनट। हाँ जी बच्चे, इसी तरह बच्चे ਜਦੋਂ ਕੋਈ ਟੈਲੀਕਾਮ ਕੰਪਨੀ ਮਤਲਬ ਤੁਹਾਡੇ ਕੋਲ ਆਈਡੀਆ ਮੋਬਾਈਲ ਤੁਹਾਡੇ ਕੋਲ ਮੋਬਾਈਲ ਹੈ, ਉਸ ਦੇ ਵਿੱਚ ਆਈਡੀਆ ਦਾ, ਏਅਰਟੈਲ ਦਾ ਜਾਂ ਟਾਟਾ ਡੋਕੋਮੋ ਦਾ ਜਾਂ ਕੋਈ ਵੀ ਕੰਪਨੀ ਦਾ ਸਿਮ ਹੁੰਦਾ ਹੈ BSNL ਦਾ, ਔਰ ਕੋਈ ਵੀ ਕੰਪਨੀ ਜੇ ਤੁਹਾਡੇ ਨਾਲ ਕੁਝ ਗਲਤ ਕੰਮ ਕਰਦੀ ਹੈ ਤਾਂ ਇੱਕ ਸੰਸਥਾ ਹੈ ਜਿਹਦਾ ਨਾਮ ਹੈ TRAI, ਟੈਲੀਕਾਮ ਰੈਗੂਲੇਟਰੀ ਅਥਾਰਟੀ ਆਫ ਇੰਡੀਆ। ਬੱਚੇ ਇਸ ਸੰਸਥਾ ਦਾ ਮੇਨ ਉਦੇਸ਼ ਹੈ ਵੀ ਕੋਈ ਕੰਪਨੀ ਜਿਹੜੀ ਤੁਹਾਨੂੰ ਸੰਚਾਰ ਸੁਵਿਧਾਵਾਂ ਉਪਲਬਧ ਕਰਵਾਉਂਦੀ ਹੈ, ਉਹ ਸੰਸਥਾ, ਉਹ ਕੰਪਨੀ ਤੁਹਾਡੇ ਤੇ ਕੋਈ ਗਲਤ ਤੁਹਾਡੇ ਪੈਸੇ ਦਾ ਗਲਤ ਇਸਤੇਮਾਲ ਜਾਂ ਤੁਹਾਡੀ ਜਾਣਕਾਰੀ ਦਾ ਗਲਤ ਇਸਤੇਮਾਲ ਨਾ ਕਰੇ ਜਾਂ ਤੁਹਾਡਾ ਕੋਈ ਫਾਇਦਾ ਨਾ ਉਠਾਵੇ, ਇਸ ਚੀਜ਼ ਨੂੰ ਪੱਕਾ ਕਰਦੀ ਹੈ। ਤਾਂ ਬੱਚੇ ਮੇਨਲੀ ਮੈਕਰੋ ਇਕਨੋਮਿਕਸ 'ਚ ਬੜੇ ਲੈਵਲ ਤੇ ਅਸੀਂ ਸਮਾਜਿਕ ਕਲਿਆਣ ਦੀ ਗੱਲ ਕਰਦੇ ਹਾਂ। ਓਕੇ ਬੱਚੇ, ਜਦ ਕਿ ਛੋਟੇ ਲੈਵਲ ਤੇ ਇੱਕ ਬੰਦਾ ਆਪਣਾ ਪਰਸਨਲ ਪ੍ਰੋਫਿਟ ਇਨਕਰੀਜ਼ ਕਰਨ ਦੇ ਬਾਰੇ ਜ਼ਿਆਦਾ ਸੋਚਦਾ ਹੈ। ਨੰਬਰ 4 ਬੱਚੇ ਪੁਆਇੰਟ ਆਪਣੇ ਕੋਲ ਡਿਗਰੀ ਆਫ ਐਗਰੀਗੇਸ਼ਨ। ਐਗਰੀਗੇਸ਼ਨ ਦਾ ਮਤਲਬ ਹੈ ਇਕੱਠ ਕਹਿ ਲਓ, ਮਤਲਬ ਜੋੜਨਾ ਕਹਿ ਲਓ ਵੀ ਕਿੰਨਾ ਕੁ ਇਕੱਠ ਹੈ ਜਾਂ ਏਕੀਕਰਨ ਹੈ। ਤਾਂ ਬੱਚੇ ਏਕੀਕਰਨ ਜੋ ਹੈ ਐਗਰੀਗੇਸ਼ਨ ਬਹੁਤ ਥੋੜਾ ਹੁੰਦਾ ਹੈ ਮਾਈਕਰੋ ਇਕਨੋਮਿਕਸ ਦੇ ਵਿੱਚ, ਕਿਉਂਕਿ ਮਾਈਕਰੋ ਇਕਨੋਮਿਕਸ 'ਚ ਅਸੀਂ ਗੱਲਾਂ ਬਹੁਤ ਥੋੜੀਆਂ ਕਰਨੀਆਂ ਨੇ ਤੇ ਬਹੁਤ ਛੋਟੇ ਲੈਵਲ ਤੇ ਗੱਲਾਂ ਕਰਨੀਆਂ ਹੈ। ਇੱਕ ਇੰਡੀਵਿਜੂਅਲ ਦੀ ਗੱਲ ਕਰਨੀ ਹੈ ਜਾਂ ਬੱਚੇ ਅਸੀਂ ਗੱਲ ਕਰਨੀ ਹੈ ਇੱਕ ਫਰਮ ਦੀ, ਇੱਕ ਇੰਡਸਟਰੀ ਦੀ, ਮਤਲਬ ਅਸੀਂ ਬੜੇ ਲੈਵਲ ਤੇ ਸਟੱਡੀ ਨਹੀਂ ਕਰਦੇ। ਲੇਕਿਨ ਬੱਚੇ ਐਗਰੀਗੇਸ਼ਨ ਦਾ ਬਹੁਤ ਬੜਾ ਲੈਵਲ ਹੁੰਦਾ ਹੈ ਮੈਕਰੋ ਇਕਨੋਮਿਕਸ ਦੇ ਵਿੱਚ। ਸਮਝ ਗਏ ਬੱਚੇ, ਆਪਾਂ ਹੋਲ ਲੈਵਲ ਤੇ ਸਟੱਡੀ ਕਰਨੀ ਹੁੰਦੀ ਹੈ। ਕਲੀਅਰ। ਨੰਬਰ 5 ਬੱਚੇ ਕੁਐਸਚਨ ਡਿਫਰੈਂਟ ਨੰਬਰ 5 ਆਪਣੇ ਕੋਲ ਪੁਆਇੰਟ ਹੈ, ਸੌਰੀ, ਡਿਫਰੈਂਟ ਸੈਟ ਆਫ ਅਜ਼ੰਪਸ਼ਨਸ। ਬੱਚੇ ਮਾਈਕਰੋ ਇਕਨੋਮਿਕਸ ਜੋ ਅਸੀਂ ਮਾਨਤਾਵਾਂ ਮੰਨ ਕੇ ਚੱਲਦੇ ਹਾਂ, ਮਾਨਤਾ ਦਾ ਮਤਲਬ ਹੁੰਦਾ ਕੋਈ ਗੱਲ ਨੂੰ ਮੰਨ ਕੇ ਚੱਲਣੀ। ਹੁਣ ਜਿਹੜੀ ਗੱਲ ਅਸਲ 'ਚ ਨਹੀਂ ਹੁੰਦੀ ਉਹਨੂੰ ਫਿਰ ਅਸੀਂ ਮੰਨ ਕੇ ਚੱਲਦੇ ਹਾਂ, ਜਿਹੜੀ ਗੱਲ ਨੂੰ ਅਸੀਂ ਮੰਨ ਕੇ ਚੱਲਦੇ ਹਾਂ ਉਹਨੂੰ ਅਸੀਂ ਕਹਿੰਦੇ ਹਾਂ ਅਜ਼ੰਪਸ਼ਨ। ਮਾਈਕਰੋ ਇਕਨੋਮਿਕਸ ਤੇ ਮੈਕਰੋ ਇਕਨੋਮਿਕਸ ਦੋਨਾਂ ਦੇ ਵਿੱਚ ਅਲੱਗ-ਅਲੱਗ ਮਾਨਤਾਵਾਂ ਹੁੰਦੀਆਂ, ਅਲੱਗ-ਅਲੱਗ ਸੈੱਟ ਆਫ ਅਜ਼ੰਪਸ਼ਨਸ ਹੁੰਦੇ ਨੇ। ਕੁਝ ਚੀਜ਼ਾਂ ਮਾਈਕਰੋ ਇਕਨੋਮਿਕਸ ਦੇ ਵਿੱਚ ਵੇਰੀਏਬਲ ਨੇ ਔਰ ਕੁਝ ਚੀਜ਼ਾਂ ਮਾਈਕਰੋ ਇਕਨੋਮਿਕਸ ਦੇ ਵਿੱਚ ਵੇਰੀਏਬਲ ਨੇ। ਮਤਲਬ ਇਹ ਕਹਿ ਸਕਦੇ ਹਾਂ ਵੀ ਕੁਝ ਚਰ, ਸਰ ਚਰ ਕੀ ਹੁੰਦੇ ਨੇ? ਚਰ ਮੀਨਸ ਕੋਈ ਵੀ ਐਸੀ ਵੈਲਿਊ ਜਾਂ ਕੁਝ ਵੀ ਐਸਾ ਵੇਰੀਏਬਲ ਵਿਚ ਮੇ ਵੇਰੀ। ਲਾਈਕ ਫॉर ਐਗਜ਼ਾਮਪਲ ਮੈਂ ਤੁਹਾਨੂੰ ਵੇਰੀਏਬਲ ਦਾ ਮੀਨਿੰਗ ਦੱਸ ਦਿੰਦਾ। ਜਿਹੜੀ ਮੇਰੀ ਏਜ ਹੈ ਉਹ ਵੇਰੀਏਬਲ ਹੈ, ਕਿਉਂਕਿ ਏਜ ਟਾਈਮ ਦੇ ਨਾਲ ਨਾਲ ਵੱਧ ਜਾਏਗੀ, ਚੇਂਜ ਹੋਏਗੀ। ਤੁਹਾਡੀ ਬਾਡੀ ਦਾ weight ਹੈ ਜਿਹੜਾ ਉਹ ਵੀ ਇੱਕ ਵੇਰੀਏਬਲ ਹੈ, ਉਹ ਚੇਂਜ ਹੋ ਸਕਦਾ ਹੈ। ਜੋ ਚੀਜ਼ ਚੇਂਜ ਹੋ ਸਕਦੀ ਹੈ ਉਸ ਚੀਜ਼ ਨੂੰ ਅਸੀਂ ਵੇਰੀਏਬਲ ਬੋਲ ਦਿੰਦੇ ਹਾਂ। ਤਾਂ ਕੁਝ ਚੀਜ਼ਾਂ ਐਸੀਆਂ ਨੇ ਬੱਚਾ ਜਿਹੜੀਆਂ ਸਥਿਰ ਹੁੰਦੀਆਂ ਨੇ ਮਾਈਕਰੋ ਇਕਨੋਮਿਕਸ 'ਚ, ਮਤਲਬ ਚੇਂਜ ਨਹੀਂ ਹੁੰਦੀਆਂ, ਜਦ ਕਿ ਉਹਨਾਂ ਚੀਜ਼ਾਂ ਨੂੰ ਮੈਕਰੋ ਇਕਨੋਮਿਕਸ ਦੇ ਵਿੱਚ ਚੇਂਜਿੰਗ ਹੋਣ ਵਾਲਾ ਮੰਨ ਲਿਆ ਜਾਂਦਾ ਹੈ। ਲੇਕਿਨ ਉਹ ਚੀਜ਼ਾਂ ਕੌਨਸਟੈਂਟ ਨੇ, ਸਥਿਰ ਨੇ। ਸਰ ਸਿੱਧੀ ਐਗਜ਼ਾਮਪਲ ਦੱਸੋ। ਫੋਰ ਐਗਜ਼ਾਮਪਲ ਮਾਈਕਰੋ ਇਕਨੋਮਿਕਸ 'ਚ ਅਸੀਂ ਮੰਨ ਕੇ ਚੱਲਦੇ ਹਾਂ ਵੀ ਟੋਟਲ ਪ੍ਰੋਡਕਸ਼ਨ ਤੇ ਟੋਟਲ ਰੁਜ਼ਗਾਰ ਹੈ ਜਿਹੜਾ ਉਹ ਸਥਿਰ ਹੈ। ਮਤਲਬ ਛੋਟੇ ਲੈਵਲ ਤੇ ਆਪਾਂ ਕਹਿੰਦੇ ਹਾਂ ਵੀ ਜਿੰਨੀਆਂ ਚੀਜ਼ਾਂ ਬਣਨਗੀਆਂ ਤੇ ਜਿੰਨਾ ਇੰਪਲੋਇਮੈਂਟ ਹੈ ਉਹ ਪੱਕਾ ਹੈ। ਠੀਕ ਹੈ, ਦੀਜ਼ ਆਰ ਇੰਪੋਰਟੈਂਟ ਵੇਰੀਏਬਲ ਇਨ ਮੈਕਰੋ ਇਕਨੋਮਿਕਸ 'ਚ। ਇਹੀ ਚੀਜ਼ ਇੱਕ ਇੰਪੋਰਟੈਂਟ ਵੇਰੀਏਬਲ ਹੈ। ਮੈਕਰੋ ਇਕਨੋਮਿਕਸ 'ਚ ਡਿਸਟਰੀਬਿਊਸ਼ਨ ਆਫ ਆਊਟਪੁੱਟ ਤੇ ਇਨਕਮ ਨੂੰ ਅਸੀਂ ਕੌਨਸਟੈਂਟ ਮੰਨ ਕੇ ਚੱਲਦੇ ਹਾਂ। ਡਿਸਟਰੀਬਿਊਸ਼ਨ ਆਫ ਆਊਟਪੁੱਟ ਮਤਲਬ ਇਨਕਮ ਤੇ ਪ੍ਰੋਡਕਸ਼ਨ, ਉਹਦਾ ਬਟਵਾਰਾ, ਉਹ ਕੌਨਸਟੈਂਟ ਹੈ। ਵਾਈਲ ਇਟ ਇਜ਼ ਐਨ ਇੰਪੋਰਟੈਂਟ ਵੇਰੀਏਬਲ ਇਨ ਮਾਈਕਰੋ ਇਕਨੋਮਿਕਸ ਹੈ। ਹੁਣ ਜੇ ਤੁਹਾਨੂੰ ਇਹ ਚੀਜ਼ ਨਹੀਂ ਸਮਝ ਆਈ ਤਾਂ ਇਹਨੂੰ ਇੱਦਾਂ ਸਮਝਣ ਦੀ ਕੋਸ਼ਿਸ਼ ਕਰੋ ਕਿ ਮਾਰਕੀਟ ਦੇ ਵਿੱਚ ਜਿਹੜੀ ਆਊਟਪੁੱਟ ਤੇ ਇੰਪਲੋਇਮੈਂਟ ਹੈ ਉਹ ਵੱਧ ਘੱਟ ਸਕਦੀ ਹੈ ਜੇ ਮੇਰੀ ਆਪਣੀ ਇਕੱਲੀ ਫੈਕਟਰੀ ਹੈ। ਠੀਕ ਹੈ, ਮੰਨ ਲਓ ਮੇਰੀ ਇੱਕ ਫੈਕਟਰੀ ਹੈ ਤਾਂ ਮੈਂ ਮਾਈਕਰੋ ਇਕਨੋਮਿਕਸ 'ਚ ਗੱਲ ਕਰਦਾ ਕਿ ਹਾਂ ਮੇਰੇ ਕੋਲ ਇੰਨਾ ਕੰਮ ਹੈਗਾ ਔਰ ਇੰਨਾ ਮੇਰਾ ਪ੍ਰੋਡਕਸ਼ਨ ਹੋਏਗਾ। ਇੱਕ ਗੱਲ ਸੱਚ ਹੈ, ਥੋੜਾ ਜਿਹਾ ਪੁਆਇੰਟ ਇੱਕ ਟਫ ਹੁੰਦਾ ਲੇਕਿਨ ਤੁਹਾਨੂੰ ਮੈਂ ਸਮਝਾ ਦੇਣਾ। ਫੋਰ ਐਗਜ਼ਾਮਪਲ ਮੇਰੀ ਫੈਕਟਰੀ ਹੈ ਔਰ ਮੇਰੀ ਫੈਕਟਰੀ 'ਚ ਮੈਨੂੰ ਪਤਾ ਵੀ ਮੇਰਾ ਇੰਨਾ ਸਾਮਾਨ ਵਿਕਦਾ, ਤਾਂ ਮੈਂ ਪੱਕਾ ਮੰਨ ਕੇ ਚੱਲਦਾ ਵੀ ਹਾਂ ਇੰਨਾ ਵਿਕਦਾ ਹੀ ਵਿਕਦਾ ਔਰ ਇੰਨੇ ਬੰਦਿਆਂ ਨੂੰ ਮੈਂ ਰੁਜ਼ਗਾਰ ਦੇਣਾ ਹੀ ਦੇਣਾ, ਉਹਨਾਂ ਨੇ ਜੋਬ ਤੇ ਆਣਾ ਹੀ ਆਣਾ। ਇਹ ਇੱਕ ਪੱਕੀ ਗੱਲ ਹੋ ਗਈ। ਲੇਕਿਨ ਬੱਚੇ ਬੜੇ ਲੈਵਲ ਤੇ ਜਦ ਆਪਾਂ ਗੱਲ ਕਰਦੇ ਹਾਂ ਮੈਕਰੋ ਇਕਨੋਮਿਕਸ 'ਚ, ਉਦੋਂ ਇਹ ਚੀਜ਼ਾਂ ਚੇਂਜ ਕਰ ਦਿੰਦੀਆਂ ਨੇ। ਫੋਰ ਐਗਜ਼ਾਮਪਲ
ਜੇ ਮਾਰਕੀਟ ਦੇ ਵਿੱਚ ਕਿਸੇ ਚੀਜ਼ ਦੀ ਡਿਮਾਂਡ ਵੱਧ ਗਈ ਤਾਂ ਹੋ ਸਕਦਾ ਹੈ ਉਹ ਮੇਰੇ ਕੋਲੋਂ ਚੀਜ਼ ਨਾ ਖਰੀਦ ਕੇ ਲੈ ਕੇ ਜਾਵੇ, ਕਿਸੇ ਹੋਰ ਕੋਲੋਂ ਜ਼ਿਆਦਾ ਖਰੀਦ ਲਵੇ, ਲੇਕਿਨ ਮਾਰਕੀਟ 'ਚ ਉਸ ਚੀਜ਼ ਦੀ ਡਿਮਾਂਡ ਤਾਂ ਹੈ ਹੀ ਹੈ ਨਾ। ਤਾਂ ਡਿਸਟ੍ਰੀਬਿਊਸ਼ਨ ਆਫ ਆਊਟਪੁੱਟ ਔਰ ਇਨਕਮ ਨੂੰ ਅਸੀਂ ਕੌਨਸਟੈਂਟ ਮੰਨਦੇ ਹਾਂ ਵੀ ਬੰਦਾ ਇੰਨੇ ਤਾਂ ਕਮਾਊਗਾ ਹੀ ਕਮਾਊਗਾ। ਕਹਿਣ ਦਾ ਮਤਲਬ ਜੋ ਚੀਜ਼ ਛੋਟੇ ਲੈਵਲ ਤੇ ਤੁਹਾਨੂੰ ਲੱਗਦੀ ਹੈ ਵੀ ਇਹ ਪੱਕੀ ਹੈ, ਲੇਕਿਨ ਉਹ ਬੜੇ ਲੈਵਲ ਤੇ ਡਿਫਰੈਂਟ ਹੋ ਜਾਂਦੀ ਹੈ। ਮਤਲਬ ਇੱਕ ਸ਼ਾਰਟਕਟ ਐਗਜ਼ਾਮਪਲ ਦੇ ਵਿੱਚ ਸਮਝ ਲਓ ਵੀ ਇੱਕ ਮੈਰਿਜ ਹੋਈ, ਮੈਰਿਜ ਦੇ ਵਿੱਚ ਕਈ ਬੰਦੇ ਗਏ, ਜਿਹੜੇ ਬੰਦੇ ਮੈਰਿਜ 'ਚ ਗਏ ਉਹਨਾਂ ਨੇ ਮੈਰਿਜ ਦੇ ਵਿੱਚ ਖਾਣਾ ਖਾਇਆ, ਤਾਂ ਮੈਰਿਜ 'ਚ ਖਾਣਾ ਖਾਇਆ ਤਾਂ ਉਸ ਬੰਦੇ ਦੇ ਤਾਂ ਪੈਸੇ ਖਰਚ ਹੋ ਗਏ ਜਿਸ ਬੰਦੇ ਨੇ ਮੈਰਿਜ ਤੇ ਖਰਚਾ ਕੀਤਾ, ਲੇਕਿਨ ਜੋ ਬੰਦੇ ਆਪਣੇ ਘਰੋਂ ਮੈਰਿਜ ਦੇ ਵਿੱਚ ਗਏ ਉਹਨਾਂ ਦੇ ਘਰ ਦੇ ਵਿੱਚ ਆਟਾ ਸੀ, ਸਬਜ਼ੀ ਸੀ, ਨਮਕ ਸੀ, ਚੀਨੀ ਸੀ, ਉਹ ਸਭ ਚੀਜ਼ਾਂ ਤਾਂ ਬਚ ਗਈਆਂ ਨਾ, ਉਹ ਚੀਜ਼ਾਂ ਬਚ ਗਈਆਂ, ਲੇਕਿਨ ਉਹ ਮਾਰਕੀਟ 'ਚ ਬਾਹਰ ਗਏ, ਉੱਥੋਂ ਜਾ ਕੇ ਖਾਏ। ਤਾਂ ਜੇ ਇੰਡੀਵਿਜੂਅਲ ਲੈਵਲ ਤੇ ਦੇਖੀਏ ਤਾਂ ਇੰਡੀਵਿਜੂਅਲ ਲੈਵਲ ਤੇ ਉਹਨਾਂ ਦੀ ਸੇਵਿੰਗ ਹੋ ਗਈ, ਉਹਨਾਂ ਦਾ ਬਚ ਗਿਆ, ਲੇਕਿਨ ਓਵਰਆਲ ਜੇ ਪੂਰੀ ਇਕਨੋਮੀ ਦੀ ਗੱਲ ਕਰੀਏ, ਮੈਕਰੋ ਬੜੇ ਲੈਵਲ ਦੀ ਗੱਲ ਕਰੀਏ ਤਾਂ ਚੀਜ਼ਾਂ ਤਾਂ ਖਰਚ ਹੋਈਆਂ ਨੇ, ਉਨੀਆਂ ਹੀ ਖਰਚ ਹੋਈਆਂ ਨੇ, ਕਿਸੇ ਦੀ ਕੋਈ ਸੇਵਿੰਗ ਨਹੀਂ ਹੋਈ। ਕੱਲਾ ਕੱਲਾ ਬੰਦਾ ਸੋਚ ਸਕਦਾ ਮੇਰਾ ਅੱਜ ਦਾ ਚਲੋ ਬਚ ਗਿਆ, ਸ਼ਾਮ ਦਾ ਖਾਣਾ ਬਚ ਗਿਆ, ਸਬਜ਼ੀ ਨਹੀਂ ਲੈਣੀ ਪਈ, ਮੇਰੇ 40 ਰੁਪਏ ਬਚ ਗਏ, 80 ਰੁਪਏ ਬਚ ਗਏ, ਮੇਰਾ ਕਣਕ ਬਚ ਗਿਆ, ਜਾਂ ਕੁਝ ਵੀ ਸੋਚ ਸਕਦਾ ਹੈ, ਠੀਕ ਹੈ। ਜਾਂ ਮੰਨ ਲਓ ਕਿਸੇ ਬੰਦੇ ਨੇ ਪਲਾਨ ਬਣਾਇਆ ਹੋਇਆ ਸੀ ਵੀ ਜੇ ਉਸ ਦਿਨ ਵਿਆਹ ਨਾ ਹੁੰਦਾ ਤਾਂ ਸ਼ਾਇਦ ਉਹਦਾ 1000 ਰੁਪਏ ਖਰਚ ਹੁੰਦਾ, ਉਹ ਬੰਦਾ ਹੋਟਲ 'ਚ ਨਹੀਂ ਗਿਆ ਕਿਉਂਕਿ ਉਹਨੂੰ ਵਿਆਹ ਆ ਗਿਆ, ਵਿਆਹ ਦੇ ਵਿੱਚ ਚਲੋ ਉਹਦਾ 500 ਸ਼ਗਨ ਲੱਗਿਆ ਜਾਂ ਜਿੰਨਾ ਵੀ ਲੱਗਿਆ। ਤਾਂ ਕਹਿੰਦਾ ਮਤਲਬ ਕਈ ਵਾਰ ਛੋਟੇ ਲੈਵਲ ਤੇ ਚੀਜ਼ ਹੋਰ ਦਿਖਦੀ ਹੈ, ਲੇਕਿਨ ਬੜੇ ਲੈਵਲ ਤੇ ਖਰਚ ਤਾਂ ਹੋ ਗਈਆਂ ਸਾਰੀਆਂ ਚੀਜ਼ਾਂ। ਤਾਂ ਇਸ ਕਰਕੇ ਡਿਫਰੈਂਟ ਸੈਟ ਆਫ ਅਜ਼ੰਪਸ਼ਨਸ ਦੇ ਵਿੱਚ ਕੁਝ ਚੀਜ਼ਾਂ ਨੂੰ ਮਾਈਕਰੋ 'ਚ ਚੇਂਜ ਮੰਨ ਲਿਆ ਜਾਂਦਾ ਹੈ ਔਰ ਉਹੀ ਚੀਜ਼ਾਂ ਨੂੰ ਮੈਕਰੋ ਦੇ ਵਿੱਚ ਕੌਨਸਟੈਂਟ ਮੰਨ ਲਿਆ ਜਾਂਦਾ ਹੈ। ਇੱਕ ਹੋਰ ਐਗਜ਼ਾਮਪਲ ਵੀ ਹੈ, ਉਹ ਇਹਦੇ ਵਿੱਚ ਵੀ ਤੁਸੀਂ ਲਿਖ ਸਕਦੇ ਹੋ ਜੇ ਤੁਹਾਨੂੰ ਇਹ ਵਾਲਾ ਪੁਆਇੰਟ ਨਹੀਂ ਸਮਝ ਆਉਂਦਾ, ਕਿਉਂਕਿ ਫਸਟ ਚੈਪਟਰ ਇਹਦੇ ਵਿੱਚ ਕੁਝ ਚੀਜ਼ਾਂ ਐਸੀਆਂ ਹੁੰਦੀਆਂ ਨੇ ਜਿਹੜੀਆਂ ਮਤਲਬ ਟਫ ਲੱਗਦੀਆਂ ਨੇ ਤੁਹਾਨੂੰ। ਬੱਚੇ ਸਿੱਧੀ ਜੀ ਗੱਲ ਇਹ ਹੈ ਵੀ ਜੇ ਮੈਂ ਸੇਵਿੰਗ ਕਰਾਂ, ਹਾਲਾਂਕਿ ਇਹ ਮਾਈਕਰੋ ਔਰ ਮੈਕਰੋ ਪੈਰਾਡੌਕਸ ਦੇ ਵਿੱਚ ਆਉਂਦਾ ਹੈ, ਜੇ ਬੱਚੇ ਮੈਂ ਸੇਵਿੰਗ ਕਰਾਂ, ਕੱਲਾ ਸੇਵਿੰਗ ਮਤਲਬ ਮੈਂ ਪੈਸੇ ਕਮਾ ਰਿਹਾ, ਮੈਂ ਪੈਸੇ ਬਚਾ ਲਵਾਂ, ਤਾਂ ਇਨ ਫਿਊਚਰ ਮੈਂ ਕੋਈ ਅੱਛੀ ਚੀਜ਼ ਖਰੀਦ ਲਵਾਂਗਾ ਕਿਉਂਕਿ ਮੈਂ ਪੈਸੇ ਬਚਾ ਰਿਹਾ, ਸੇਵਿੰਗ ਕਰ ਰਿਹਾ। ਦਿਸ ਇਜ਼ ਏ ਗੁੱਡ ਆਈਡੀਆ, ਬਟ ਦਿਸ ਇਜ਼ ਗੁੱਡ ਆਈਡੀਆ ਓਨਲੀ ਫॉर मी। ਜੇ ਸਾਰੇ ਹੀ ਬੰਦੇ ਸੇਵਿੰਗ ਕਰਨ ਲੱਗ ਜਾਣ, ਕਮਾ ਕੇ ਪੈਸੇ ਬਹੁਤ ਘੱਟ ਖਰਚਾ ਕਰਨ, ਜਸਟ ਖਾਣ ਪੀਣ ਤੇ ਖਰਚਾ ਕਰਨ ਔਰ ਬਾਕੀ ਕਿਸੇ ਵੀ ਚੀਜ਼ ਤੇ ਖਰਚਾ ਉਹ ਨਾ ਕਰਨ, ਤਾਂ ਪੁੱਤਰ ਜੀ ਕੀ ਹੋਊਗਾ ਜਾਂ ਬੇਟਾ ਜੀ ਕੀ ਹੋਊਗਾ? ਮੰਦੀ ਫੈਲ ਜੂਗੀ, ਬਹੁਤ ਭਿਆਨਕ ਮੰਦੀ ਫੈਲ ਜੂਗੀ। ਮਾਈਕਰੋ ਇਕਨੋਮਿਕਸ 'ਚ ਤਾਂ ਸੇਵਿੰਗ ਕਰਨੀ ਮੇਰੇ ਲਈ ਬਹੁਤ ਅੱਛੀ ਚੀਜ਼ ਸੀਗੀ, ਲੇਕਿਨ ਮੈਕਰੋ ਇਕਨੋਮਿਕਸ 'ਚ ਇਹੀ ਸੇਵਿੰਗ ਬਰਬਾਦੀ ਲੈ ਕੇ ਆਊਗੀ। ਬੱਚੇ ਸਮਝ ਆਈ ਕਹਾਣੀ? ਬਰਬਾਦੀ ਲੈ ਕੇ ਆਊਗੀ, ਸਿਸਟਮ ਦੀ ਬਰਬਾਦੀ, ਇਕਨੋਮੀ ਦੀ ਬਰਬਾਦੀ। ਤੁਹਾਡੇ ਲਈ ਤਾਂ ਠੀਕ ਸੀ ਸੇਵਿੰਗ ਕਰਨਾ, ਲੇਕਿਨ ਸਭ ਸੇਵਿੰਗ ਕਰਨਗੇ ਉਹ ਇੱਕ ਅੱਛੀ ਬਾਤ ਨਹੀਂ ਹੈਗੀ। ਇसी ਤਰ੍ਹਾਂ ਬੱਚੇ ਜੋ ਬੁੱਧ ਧਰਮ ਹੈ ਜਾਂ ਜੈਨ ਧਰਮ ਹੈ ਉਸ ਦੇ ਵਿੱਚ थोड़ा जा उन्होंने कहा गया है कि भिक्षा मांग के आप थोड़ा सा अपना जो हमारे हैं मंक वो भिक्षा मांग लें, या जो बुद्ध धर्म में आना चाहते हैं जैन धर्म में उसमें कुछ है ऐसा करके बुद्ध धर्म में। तो अगर आप वही बताओ, अगर सभी लोग मांगने लग जाएं तो भाई दान कौन देगा, भिक्षा कौन देगा? अगर सभी मांगने लग जाएंगे तो वही कुछ चीजें वो माइक्रो इकोनॉमिक्स पर तो बिल्कुल सही ठहरती हैं, लेकिन वो मैक्रो इकोनॉमिक्स पर जाते जाते बिल्कुल ही बिगड़ जाती हैं, विशिएट हो जाती हैं और उनका भयानक रिजल्ट निकलता है। हालांकि माइक्रो इकोनॉमिक्स की छोटी छोटी चीजें वो मिलकर ही क्या बनाती हैं? मैक्रो इकोनॉमिक्स बनाती हैं। मिलकर ही मैक्रो इकोनॉमिक्स बनाएंगे ना। मैक्रो जुड़ कर ही तो मैक्रो बनता है। मेरे कहने का मतलब है आपकी इंडस्ट्री मोबाइल की है, मेरी इंडस्ट्री पेन की है, इनकी इंडस्ट्री प्लास्टिक की है, उनकी इंडस्ट्री जो है वो ग्लास की है, कांच की है, किसी की इंडस्ट्री मान लीजिए किसी और वस्तु की, लोहे की है। तो वे सभी है तो अपने आप में अकेली माइक्रो, लेकिन सब जब जुड़ जाएंगे, हर एक इंडस्ट्री, हर एक वस्तु की मार्केट की जब मैं बात करूंगा तो वो मैक्रो इकोनॉमिक्स बन जाएगा। तो यही तो मैं समझा रहा हूं। तो हम अभी सेंट्रल इशू नेक्स्ट पॉइंट पर आ रहे हैं। सेंट्रल इशू जो मेन मसला होता है माइक्रो इकोनॉमिक्स में, मैं पंजाबी च आना, मेन ਜਿਹੜਾ ਇਸ਼ੂ ਹੁੰਦਾ ਹੈ ਮਾਈਕਰੋ ਇਕਨੋਮਿਕਸ ਦੇ ਵਿੱਚ ਉਹ ਹੁੰਦਾ ਹੈ ਰੋਜ਼ਗਾਰ ਤੇ ਮਤਲਬ ਮੈਕਰੋ ਇਕਨੋਮਿਕਸ ਦੇ ਵਿੱਚ ਜਿਹੜਾ ਮੇਨ ਰੋਲ ਹੈ ਉਹ ਹੈਗਾ ਵੀ ਪੈਦਾਵਾਰ ਹੋ ਜੇ ਤੇ ਸਭ ਨੂੰ ਰੋਜ਼ਗਾਰ ਮਿਲ ਜਾਵੇ। ਇਹ ਬੜੇ ਲੈਵਲ ਤੇ ਇੱਕ ਇਸ਼ੂ ਹੈ ਵੀ ਜੋ ਚੀਜ਼ ਪੈਦਾ ਹੋਈ ਹੈ ਉਹ ਵਿਕ ਵੀ ਜਾਵੇ ਔਰ ਸਭ ਨੂੰ ਰੋਜ਼ਗਾਰ ਮਿਲ ਜਾਵੇ, ਇੰਪਲੋਇਮੈਂਟ ਮਿਲ ਜਾਵੇ।
परंतु बच्चे एक छोटे लैवल ते माइक्रो इकोनॉमिक्स मान लो मेरी फैक्ट्री है, मान लो मेरी इंडस्ट्री है कोई, मैं कोई क्लाइंट दा या मेरा मैं एक इंडिविजुअल इंसान हाँ, तो मेरा की होगा, मैनू ये होगा कि जे मेरे को कुछ पैसा है, वो पैसे नाल मैं वध तो वध होर पैसा कमाना, या मेरे को जे थोड़ा बहुत माल है वो अच्छे रेट ते बिक जाए, या मेरे को जे कोई मजदूर है, लेबर है या जानवर है स्टॉक, जिस तरह रेशम का कीड़ा कह लो या मुर्गी कह लो, मझ कह लो, ठीक है, गाय कह लो, मेरे को जो भी चीज़ है, चाहे पैसा है, चाहे धन है, चाहे दौलत है, या मेरे को कोई सामान है कीमती, उस चीज़ में मैं किस तरह अच्छा तो अच्छा ਉਹਦਾ यूज करा ताकि मेरे होर ज़्यादा मैनू कमाई हो जाए। मतलब मेरे को 1 करोड़ है, किस तरह मैं बरता भी 2 करोड़ बना ला, 3 बना ला, 4 बना ला, 5 बना ला, 6 बना ला, इसी तरह सोचा जाऊगा ना। परंतु बच्चे मैक्रो इकोनॉमिक्स बड़े लैवल पे ये सोचा जाता है भी सब लोग जो है उन्होंने काम मिले, एम्प्लॉयमेंट मिले, रोजगार मिले, और आउटपुट जो है, प्रोडक्शन जो है वो एक लैवल ते होवे। मतलब आप मार्केट में तुसी मार्केट जा रहे हो कणक खरीदन, चावल खरीदन, उधरों पता चलिया जी ये तो प्रोडक्शन ही नहीं हैगी। अच्छा जे प्रोडक्शन नहीं हैगी तो ਇਹਦਾ मतलब कुछ तो प्रोडक्शन होया होगा, जो थोड़ी प्रोडक्शन हुई होगी वो बहुत महंगे रेट ते बिकूगी, महंगे रेट ते बिकूगी, फिर कुछ बंदियां ਨੂੰ चीज़ मिलनी नहीं। समझ आई ना बात, समझ गए? वो चीज़ गरीबी ਨੂੰ ਵਧਾਊਗੀ और अच्छी चीज़ नहीं है। फॉर एग्जांपल इंडिया ਦੇ ਵਿੱਚ चीज़ां बहुत थोड़ियां ने और बंदे बहुत ज़्यादा ने, प्रोडक्शन घट है कुछ चीज़ों की। फॉर एग्जांपल लैपटॉप मोबाइल, हाले तक हर बंदे को लैपटॉप मोबाइल नहीं हैगा, या अच्छा फर्नीचर नहीं हैगा, या अच्छी कार नहीं हैगी, अच्छी बाइक नहीं हैगी। लेकिन वजह यही चीज़ तुम कैनेडा या अमेरिका के जाने हो तो ये चीज़ां बहुत हाई फाई ने, बहुत ज़्यादा ने उस जगह ते, क्योंकि उत्थे आउटपुट इन्नी लैवल दी है कि मार्केट दे विच या कंपनी दे विच या स्टोर दे विच सामान पिया लेकिन लैन वाला बंदा नहीं है, बंदा कंजप्शन करने वाला नहीं है, लेकिन चीज़ां हर एक चीज़ है। और इंडिया दे विच बंदा इन्ना ज़्यादा है कंजप्शन करने लिए फुल बड़ा फुल रेडी है, लेकिन चीज़ां ही नहीं हैगियां। अच्छियां चीज़ां कित्थे ने, अच्छी वाली कार कित्थे, अच्छे वाले घर कित्थे हैं, हाई स्टैंडर्ड ऑफ लिविंग कित्थे, अच्छा फ्रूट्स कित्थे है फ्रूट अच्छा बहुत थोड़ा है, उत्थे बहुत ज़्यादा फ्रूट है और बंदे बहुत थोड़े ने खाने वाले, अच्छी अच्छी चीज़ां पईयां ने, यूज़ ही नहीं हो रही। इस तरह की मैं गल कर रहा। कोई भी क्वेश्चन थोड़े माइंड है वीडियो सुनने तो बाद दैन कोई इशू नहीं, तुसीं उन्हें कापी ते नोट करना है और नैक्सट सिटिंग ते ਜਦੋਂ भी तुसीं मैनूं मिलना है तुसीं मेरे तो क्वेश्चन करने हैं। मैथड ऑफ स्टडी मैक्रो इकोनॉमिक्स बड़े लैवल ते उसदे विच असीं जनरल इक्विलिब्रियम एनालिसिस करना है। मतलब पूरे देश च प्रोडक्शन उन्नी ही देश च मंग भी होनी चाहिए है। मतलब कुल देश की मंग कितनी है तो कुल देश की सप्लाई कितनी है वो आपस च मैच कर जाए, असीं बड़े लैवल ते इस चीज़ की स्टडी करते हैं। लेकिन बच्चे जदों मैं माइक्रो इकोनॉमिक्स की गल करदा हुंदा मैनूं सिर्फ इदा हुंदा कि मेरी फर्म, मेरी इंडस्ट्री, मेरा घर पूरा हो जाए, मेरा घर पूरा हो, मेरा सामान बिक जाए, किसी होर का नुकसान हुंदा हो जाए, मेरी चीज़ बिक जानी चाहिए है, मेरा नहीं कोई लॉस होना चाहिए। बस इस चीज़ से मेरा पूरा का पूरा फोकस हुंदा है। अंडरस्टैंड बच्चा जी? माइक्रो मैक्रो पैराडॉक्स मैं तुहानूं पहले दस चुकिया। पैराडॉक्स का मतलब हुंदा विरोधाभास, विरोधाभास का मतलब हुंदा बच्चा जी ਜਦੋਂ ਤੁਹਾਡੀ ਇੱਕ ਗੱਲ ਤੁਹਾਡੀ ਦੂਸਰੀ ਗੱਲ ਨੂੰ ਕੱਟ ਜਾਵੇ, ਉਹਨੂੰ ਪੈਰਾਡੌਕਸ ਬੋਲਦੇ ਹਾਂ ਅਸੀਂ। ਓਕੇ ਤਾਂ ਬੱਚੇ ਪੈਰਾਡੌਕਸ ਮੈਂ ਹਾਲਾਂਕਿ ਸਮਝਾ ਚੁੱਕਿਆ, मैं फिर रिपीट कर देना। एक बंदा सेविंग करूगा वो गुड है, दैट इज गुड इन माइक्रो इकोनॉमिक्स। बट मैक्रो इकोनॉमिक्स जो सब कह दिए आप सभी लोग सेविंग करो, तो मार्केट में भाई काम कौन करेगा? किस चीज़ के लिए? जब पैसे ही नहीं खर्चेंगे लोग तो फिर पैसा नहीं खर्चेगा तो प्रोडक्शन कौन करेगा? प्रोडक्शन नहीं करेगा तो भाई बेरोजगारी आ जाएगी, बेरोजगारी आ जाएगी तो एक तरह से ये घूम घूम कर आपको भी बेरोजगार कर देगी। तो एक सीधी सी बात आज आपको इकोनॉमिक्स में माफ़ी चाहूँगा मैं पंजाबी च आ देना, एक सीधी जी गल जो तुहानूं ये सीधी मैं गल दस दें, जे तुसीं कोई भी पैसे कमाने हो और वो पैसे तुसीं साਂਭ के रख लेने हो तो तुसीं इकोनॉमी ਨੂੰ खराब कर रहे हो, विशिएट कर रहे हो, बिगाड़ रहे हो। और जो ही पैसे तुसीं खर्च दवो तो एक सिस्टम चलता है, सर्कल चलता है, वो पैसा घूम के थोड़े को फिर वापस आना है। ये सीधा जा फंड है भी जो दवोगे ना वो वापस आएगा, और जे तुम कोई चीज़ दब लोगे, रोक लोगे तो सर्कल थोड़े कोल भी आना ना रुक जाएगा। ये पॉइंट है, ज़्यादा डूंगा उतरना इस चीज़ के। तो सीधी जी गल है भी तुसीं पैसे नहीं खर्चोगे, तुसीं कंजूस होगे तो फिर तुहानूं अग्गों उहो जिहा काम मिलूगा, क्योंकि तुसीं नहीं पैसे खर्चदे, तुहाडा खर्चा किसी दी इनकम बननी सी,
ਤੁਹਾਨੇ ਕੋਈ ਫਰਨੀਚਰ ਖਰੀਦਣਾ ਸੀ, ਕੋਈ ਕਾਰਪੈਂਟਰ ਨੂੰ ਇਨਕਮ ਹੋਣੀ ਸੀ, ਤੁਹਾਨੇ ਘਰ ਬਣਾਉਣਾ ਸੀਗਾ, ਤੁਹਾਨੇ ਬੁੱਕਸ ਖਰੀਦਣੀ ਸੀ, ਤੁਹਾਨੇ ਬੱਚਾ ਪੜ੍ਹਾਉਣਾ ਸੀਗਾ, ਤੇ ਕਿਸੇ ਨਾ ਕਿਸੇ ਨੂੰ ਕਮਾਈ ਹੋਣੀ ਸੀ। ਹੁਣ ਉਸ ਬੰਦੇ ਨੂੰ ਕਮਾਈ ਨਹੀਂ ਹੋਈ, ਕਿਉਂਕਿ ਉਸ ਬੰਦੇ ਨੂੰ ਨਹੀਂ ਕਮਾਈ ਹੋਈ, ਉਸ ਬੰਦੇ ਨੇ ਕੋਈ ਡਿਮਾਂਡ ਨਹੀਂ ਕ੍ਰੀਏਟ ਕਰਨੀ, ਉਸ ਬੰਦੇ ਨੇ ਕੋਈ ਡਿਮਾਂਡ ਨਹੀਂ ਕ੍ਰੀਏਟ ਕਰਨੀ, ਤਾਂ ਉਸ ਬੰਦੇ ਨੇ ਜਿਸ ਚੀਜ਼ ਦੀ ਪਹਿਲਾਂ ਡਿਮਾਂਡ ਕ੍ਰੀਏਟ ਕਰਨੀ ਸੀ ਉਹ ਚੀਜ਼ ਦੀ ਫੈਕਟਰੀ ਚੱਲਦੀ, ਉਸ ਬੰਦੇ ਨੇ ਪੈਸੇ ਕਮਾਉਂਦਾ, ਤਾਂ ਉਹ ਕੁਝ ਖਰੀਦਦਾ, ਕਾਰ ਖਰੀਦਦਾ, ਕਾਰ ਖਰੀਦਣ ਵਾਲੀ ਜਿਹੜੀ ਕਾਰ ਵਾਲੀ ਫੈਕਟਰੀ ਆ ਉਹ ਉਹਦੇ ਵਿੱਚ ਬੰਦੇ ਕੰਮ ਕਰਦੇ, ਉੱਥੇ ਪੈਸੇ, ਮਤਲਬ ਇੱਕ ਸਰਕਲ ਸਾਰਾ ਸਾਰਾ ਰੁਕ ਜਾਏਗਾ। ਔਰ ਜਿੰਨਾ ਤੁਸੀਂ ਪੈਸਾ ਸਰਕੂਲੇਟ ਕਰੋਗੇ, ਕਮਾਓਗੇ, ਉਨਾ ਹੀ ਸਰਕਲ ਜਿਹੜਾ ਹੈਗਾ ਉਹ ਥੋੜਾ ਫਾਸਟ ਚੱਲੇਗਾ, ਅੱਛੇ ਵਾਲਾ ਸਰਕਲ ਚੱਲੇਗਾ। ਓਕੇ ਬੱਚੇ, ਅਗਲਾ ਪੁਆਇੰਟ ਆਪਣੇ ਕੋਲ ਆ ਗਿਆ, ਸਕੋਪ ਐਂਡ ਸਿਗਨੀਫੀਕੈਂਸ ਆਫ ਮੈਕਰੋ ਇਕਨੋਮਿਕਸ। ਜਿਹੜਾ ਇਹ ਮੈਕਰੋ ਇਕਨੋਮਿਕਸ ਹੈ, ਛੋਟੇ ਵਾਲਾ ਨਹੀਂ, ਬੜੇ ਲੈਵਲ ਦਾ ਮੈਕਰੋ ਇਕਨੋਮਿਕਸ, ਇਸ ਨੂੰ ਸਟੱਡੀ ਕਰਨ ਦਾ ਫਾਇਦਾ ਕੀ ਹੈ? ਦੇਖੋ ਤੁਸੀਂ ਹੁਣ ਕਾਫੀ ਅੱਛੇ ਤਰੀਕੇ ਨਾਲ ਚੀਜ਼ਾਂ ਸਮਝ ਗਏ ਕਿ ਮੈਕਰੋ ਇਕਨੋਮਿਕਸ ਕੀ ਹੈ। ਬੜੇ ਲੈਵਲ ਤੇ ਅਰਥ ਵਿਵਸਥਾ ਦੀ ਸਟੱਡੀ ਕਰਨੀ, ਤਾਂ ਕਿ ਕੋਈ ਬੰਦਾ ਜਾਂ ਫਾਈਨਾਂਸ ਮਿਨਿਸਟਰ ਇਹ ਡਿਸੀਜਨ ਲੈ ਸਕੇ ਕਿ ਦੇਸ਼ ਦੇ ਵਿੱਚ ਅੱਛੇ ਸੀਨੀਅਰ ਸੈਕੰਡਰੀ ਸਕੂਲ ਨਵੇਂ ਬਣਾਉਣੇ ਚਾਹੀਦੇ ਹੈ ਜਾਂ ਨਹੀਂ ਬਣਾਉਣੇ ਚਾਹੀਦੇ, ਕਿਉਂਕਿ ਉਹ ਐਜੂਕੇਸ਼ਨ ਬਾਰੇ ਸੋਚ ਰਿਹਾ ਹੈ। ਫਾਈਨਾਂਸ ਮਿਨਿਸਟਰ ਮੈਕਰੋ ਇਕਨੋਮਿਕਸ 'ਚ ਸੋਚਦਾ ਹੈ ਵੀ ਦੇਸ਼ ਦੇ ਵਿੱਚ ਬੇਰੁਜ਼ਗਾਰੀ ਕਿੱਥੇ ਹੈ, ਤਾਂ ਕਿ ਕੋਈ ਸਪੈਸ਼ਲ ਏਰੀਏ ਦੇ ਵਿੱਚ SEZ ਸਪੈਸ਼ਲ ਇਕਨੋਮਿਕ ਜ਼ੋਨ ਜਾਂ ਇੰਡਸਟਰੀ ਲਗਾਈ ਜਾਵੇ, ਜਾਂ ਉਸ ਏਰੀਆ ਦੇ ਵਿੱਚ ਜਾਂ ਉਸ ਦੇਸ਼ ਦੀ ਗੌਰਮੈਂਟ ਨੂੰ ਜ਼ਿਆਦਾ ਪੈਸੇ ਦਿੱਤੇ ਜਾਣ, ਜਾਂ ਕੋਈ ਪਲਾਨ ਉੱਥੇ MG ਨਰੇਗਾ ਜਿਵੇਂ ਪਲਾਨ ਹੈ ਬੱਚੇ, ਉਹ ਪਿੰਡਾਂ ਦੇ ਵਿੱਚ ਜਿਹੜੇ ਗਰੀਬ ਲੋਕ ਨੇ ਉਹਨਾਂ ਨੂੰ ਕੁਛ ਨਾ ਕੁਛ ਰੁਜ਼ਗਾਰ ਦੇਣ ਵਾਸਤੇ। ਤੁਸੀਂ ਚੀਜ਼ਾਂ ਨਹੀਂ ਦੇ ਸਕਦੇ ਗਰੀਬਾਂ ਨੂੰ, ਲੇਕਿਨ ਕੰਮ ਦੇ ਸਕਦੇ ਹੋ, ਤਾਂ ਪ੍ਰਮੋਸ਼ਨ ਕਰ ਸਕਦੇ ਹੋ ਇਸ ਤਰ੍ਹਾਂ। ਜਾਂ ਬੱਚੇ ਫਿਰ ਗੌਰਮੈਂਟ ਸੋਚਦੀ ਹੈ ਵੀ ਚਲੋ ਸਰਕਾਰੀ ਪੈਸਾ ਖਰਚ ਦਿੰਦੇ ਆ। ਸਰਕਾਰੀ ਪੈਸਾ ਖਰਚਣਾ ਮਤਲਬ ਪੁਲ ਬਣਾਉਣਾ ਉਹ ਏਰੀਏ ਦੇ ਵਿੱਚ, ਜਾਂ ਉਹ ਏਰੀਏ ਦੇ ਵਿੱਚ ਸੜਕਾਂ ਬਣਾਉਣਾ, ਪਾਰਕ ਬਣਾਉਣਾ, ਸਕੂਲ ਖੋਲ੍ਹਣੇ ਤਾਂ ਕਿ ਗੌਰਮੈਂਟ ਜੋਬ ਮਿਲੇ। ਔਰ ਜਿੰਨੇ ਵੀ ਬੱਚੇ ਪੁਲ ਬਣਨਗੇ, ਸੜਕਾਂ ਬਣਨਗੀਆਂ, ਤਾਂ ਠੇਕੇਦਾਰਾਂ ਨੂੰ ਠੇਕਾ ਮਿਲੂਗਾ, ਇੰਜੀਨੀਅਰ ਨੂੰ ਇੰਜੀਨੀਅਰ ਦਾ ਜੋਹਰ ਦਿਖਾਉਣ ਦਾ ਮੌਕਾ ਮਿਲੂਗਾ, ਉਹਨੂੰ ਤਨਖਾਹ ਮਿਲੂਗੀ, ਹਰ ਬੰਦਾ ਪੈਸਾ ਕਮਾਊਗਾ ਔਰ ਪੈਸਾ ਸਰਕੂਲੇਟ ਹੋ ਜਾਊਗਾ, ਘੁੰਮ ਜਾਊਗਾ। ਸਰਕਾਰ ਨੂੰ ਇਸੇ ਤਰ੍ਹਾਂ ਦੇ ਡਿਸੀਜ਼ਨ ਲੈਣੇ ਪੈਂਦੇ ਨੇ। ਤਾਂ ਮੈਕਰੋ ਇਕਨੋਮਿਕਸ ਦੀ ਸਟੱਡੀ ਕਰਕੇ ਪੂਰੇ ਦੇਸ਼ ਦੀ ਇਕਨੋਮੀ ਦੀ, ਅਰਥ ਵਿਵਸਥਾ ਦੀ ਜਦ ਮੈਂ ਸਟੱਡੀ ਕਰੂੰਗਾ ਤਾਂ ਮੈਨੂੰ ਦੇਸ਼ ਦੇ ਵਿੱਚ ਪਤਾ ਚੱਲੂਗਾ ਵੀ ਲੋਕਾਂ ਨੂੰ ਇਨਕਮ ਕਿਵੇਂ ਹੋ ਰਹੀ ਹੈ, ਲੋਕਾਂ ਨੂੰ ਨੈਸ਼ਨਲ ਇਨਕਮ ਕਿੰਨੀ ਹੋ ਰਹੀ ਹੈ, ਮੈਨੂੰ ਇਸ ਚੀਜ਼ ਦਾ ਪਤਾ ਚੱਲੂਗਾ। ਨੈਸ਼ਨਲ ਇਨਕਮ ਦਾ ਮਤਲਬ ਹੋ ਗਿਆ ਵੀ ਇੱਕ ਦੇਸ਼ ਦੇ ਵਿੱਚ ਜਿੰਨੇ ਵੀ ਲੋਕ ਰਹਿ ਰਹੇ ਨੇ ਉਹ ਕਿਸ ਪਾਸਿਓਂ ਪੈਸੇ ਕਮਾ ਰਹੇ ਨੇ, ਖੇਤੀਬਾੜੀ ਤੋਂ ਪੈਸੇ ਕਮਾ ਰਹੇ ਹੈ, ਜਾਂ ਪ੍ਰੋਡਕਸ਼ਨ ਤੋਂ ਪੈਸੇ ਕਮਾ ਰਹੇ ਹੈ, ਜਾਂ ਟੈਕਨੋਲੋਜੀ ਤੋਂ, ਜਾਂ ਸਰਵਿਸ ਤੋਂ ਪੈਸੇ ਕਮਾ ਰਹੇ ਹੈ। ਸਰਵਿਸ ਦੇ ਵਿੱਚ ਆ ਕੇ ਫਿਰ ਟਰਾਂਸਪੋਰਟੇਸ਼ਨ ਤੋਂ ਕਿੰਨਾ ਪੈਸਾ ਕਮਾ ਰਹੇ ਹੈ, CA ਕਿੰਨਾ ਕਮਾ ਰਹੇ ਹੈ, ਡਾਕਟਰ ਕਿੰਨਾ ਕਮਾ ਰਹੇ ਹੈ, ਇੱਕ ਓਵਰਆਲ ਮੈਨੂੰ ਸਟੱਡੀ ਪਤਾ ਚੱਲ ਜਾਊਗੀ। ਬੱਚੇ ਇੱਕ ਟਾਈਮ ਹੁੰਦਾ ਸੀ, ਕਿਹਾ ਜਾਂਦਾ ਸੀ ਕਿ ਭਾਰਤ ਇੱਕ ਕ੍ਰਿਸ਼ੀ ਪ੍ਰਧਾਨ ਦੇਸ਼ ਹੈ, ਲੇਕਿਨ ਬੱਚੇ ਅੱਜ ਇਹ ਗੱਲ ਚੇਂਜ ਹੋ ਚੁੱਕੀ। ਭਾਰਤ ਇੱਕ ਕ੍ਰਿਸ਼ੀ ਪ੍ਰਧਾਨ ਦੇਸ਼ ਨਹੀਂ ਰਿਹਾ। ਪਹਿਲਾਂ ਹੁੰਦਾ ਸੀ 70% ਲੋਕ ਕ੍ਰਿਸ਼ੀ ਤੇ ਡਿਪੈਂਡ ਕਰਦੇ ਸੀ, ਅੱਜ ਬੱਚੇ 50-50 ਹੋ ਗਿਆ। ਅੱਜ 50% ਲੋਕ ਆਪਣੇ ਐਗਰੀਕਲਚਰ ਤੇ ਡਿਪੈਂਡ ਕਰਦੇ ਨੇ, ਲੇਕਿਨ ਬੱਚੇ 50% ਜੋ ਹੈ ਉਹ ਜਿਹੜਾ ਬਚ ਗਿਆ ਉਹ ਅਦਰਸ ਦੇ ਵਿੱਚ ਆ ਜਾਂਦਾ, ਜਿਹਦੇ ਵਿੱਚ ਸਰਵਿਸ ਦਾ ਬਹੁਤ ਬੜਾ ਪਾਰਟ ਹੋ ਗਿਆ। ਸਰਵਿਸ ਦਾ ਬੜਾ ਸਭ ਤੋਂ ਪਾਰਟ ਹੋ ਗਿਆ। ਇਹ ਸਰ ਤੁਹਾਨੂੰ ਕਿਵੇਂ ਪਤਾ ਚੱਲਿਆ? ਦੇਖੋ ਬੱਚੇ, ਇੱਕ ਤਾਂ ਤੁਸੀਂ ਆਲੇ ਦੁਆਲੇ ਵੀ ਦੇਖ ਲਓ, ਔਰ ਨੈਸ਼ਨਲ ਇਨਕਮ ਦੀ ਸਟੱਡੀ ਕਰਕੇ ਤਾਂ ਪਤਾ ਹੀ ਚੱਲਦਾ। ਨੈਸ਼ਨਲ ਇਨਕਮ ਦਾ ਮਤਲਬ ਹੈ ਇੱਕ ਸਾਲ ਦੇ ਵਿੱਚ ਇੱਕ ਦੇਸ਼ ਦੇ ਵਿੱਚ ਰਹਿ ਰਹੇ ਲੋਕ ਤੇ ਇੰਡੀਆ ਤੋਂ ਬਾਹਰ ਇੰਡੀਅਨ ਲੋਕ, ਜਿਹੜੇ ਇੰਡੀਅਨ ਰੈਜ਼ੀਡੈਂਟ ਹੈ। ਹਾਲਾਂਕਿ ਆਪਣੇ ਕੋਲ ਬੱਚੇ ਅੱਗੇ ਇੱਕ ਚੈਪਟਰ ਹੈ ਸਪੈਸ਼ਲ ਨੈਸ਼ਨਲ ਇਨਕਮ ਬਾਰੇ, ਅਸੀਂ ਉੱਥੇ ਸਟੱਡੀ ਕਰਾਂਗੇ, GDP ਦੀ, NDP ਦੀ, ਗ੍ਰੋਸ ਡੋਮੈਸਟਿਕ ਪ੍ਰੋਡਕਟ। ਫਿਲਹਾਲ ਉਰੇ ਇਦਾਂ ਹੈ ਕਿ ਦੇਸ਼ ਦੇ ਵਿੱਚ ਕੀ ਪੈਦਾ ਹੋ ਰਿਹਾ, ਕਿੰਨੀਆਂ ਰੁਪਏ ਦੀ ਵਸਤੂਆਂ ਤੇ ਸੇਵਾਵਾਂ ਪੈਦਾ ਹੋਈਆਂ, ਉਹਨਾਂ ਦਾ ਬਾਜ਼ਾਰ ਮੁੱਲ, ਉਹਦਾ ਟੋਟਲ ਵਗੈਰਾ ਕਰਨਾ, ਇਹ ਸਭ ਚੀਜ਼ਾਂ ਨੈਸ਼ਨਲ ਇਨਕਮ ਹੈ। ਔਰ ਨੈਸ਼ਨਲ ਇਨਕਮ ਦੇ ਵਿੱਚ ਕਿੰਨਾ ਪ੍ਰਪੋਰਸ਼ਨ ਖੇਤੀਬਾੜੀ ਦਾ ਹੈ, ਕਿੰਨਾ ਪ੍ਰਪੋਰਸ਼ਨ ਸਰਵਿਸ ਦਾ ਹੈ। ਔਰ ਅੱਜ ਕੱਲ੍ਹ ਸਰਵਿਸ ਰਹਿ ਗਈ। ਦੇਖੋ, ਇੱਕ ਕਿਸਾਨ ਦਾ ਬੇਟਾ ਆਈ ਥਿੰਕ ਕਿਸਾਨ ਨਹੀਂ ਬਣਨਾ ਚਾਹੁੰਦਾ, ਉਹ ਮਿੱਟੀ ਦੇ ਵਿੱਚ ਮਿੱਟੀ ਨਹੀਂ ਹੋਣਾ ਚਾਹੁੰਦਾ। ਹਰ ਇੱਕ ਬੰਦਾ ਇਹ ਚਾਹੁੰਦਾ ਹੈ ਕਿ ਉਹ ਡਾਕਟਰ, CA, ਪ੍ਰੋਫੈਸਰ, ਇੰਜੀਨੀਅਰ, ਕੋਈ ਇਸ ਤਰ੍ਹਾਂ ਦਾ ਸਾਫ ਸੁਥਰਾ ਵਾਈਟ ਕਾਲਰ ਜੌਬ ਕਰਨਾ ਚਾਹੁੰਦਾ ਹੈ, ਲਾਈਕ ਇੱਕ ਟੀਚਰ ਦੀ ਜੌਬ। ਕੋਈ ਬੰਦਾ ਮਜ਼ਦੂਰ ਨਹੀਂ ਬਣਨਾ ਚਾਹੁੰਦਾ, ਕਾਰਪੈਂਟਰ ਨਹੀਂ ਬਣਨਾ ਚਾਹੁੰਦਾ, ਮਕੈਨਿਕ ਨਹੀਂ ਬਣਨਾ ਚਾਹੁੰਦਾ ਹੈਗਾ, ਔਰ ਲੇਬਰ ਤਾਂ ਬਿਲਕੁਲ ਹੀ ਨਹੀਂ ਬਣਨਾ ਚਾਹੁੰਦਾ। ਤਾਂ ਇਸੇ ਕਰਕੇ ਅੱਜ ਦੇ ਟਾਈਮ 'ਚ ਹਰ ਬੰਦਾ ਸਰਵਿਸ ਦੀ ਤਰਫ ਜ਼ਿਆਦਾ ਜਾ ਰਿਹਾ। ਸਰਵਿਸ ਮੀਨਸ ਡਾਕਟਰ, ਵਕੀਲ, ਲਾਇਰ, ਇਸ ਤਰ੍ਹਾਂ ਦੀ ਜਿਹੜੀ ਗੱਲ ਹੈ। ਤਾਂ ਬੱਚੇ, ਮੈਨੂੰ ਨੈਸ਼ਨਲ ਇਨਕਮ ਦੀ ਸਟੱਡੀ ਕਰਕੇ ਮੈਕਰੋ ਇਕਨੋਮਿਕਸ ਦੀ ਸਟੱਡੀ ਕਰਕੇ ਨੈਸ਼ਨਲ ਇਨਕਮ ਬਾਰੇ ਪਤਾ ਚੱਲਦਾ, ਉਹਦਾ ਅੰਦਾਜ਼ਾ ਪਤਾ ਚੱਲਦਾ ਹੈ। ਨੈਸ਼ਨਲ ਇਨਕਮ ਦੇ ਮੈਨੂੰ ਅੰਗ ਪਤਾ ਚੱਲਦੇ ਨੇ, ਕੰਪੋਨੈਂਟਸ ਵੀ, ਨੈਸ਼ਨਲ ਇਨਕਮ ਕਿਵੇਂ ਬਣਦੀ ਹੈ, ਉਹਦੇ ਐਗਰੀਗੇਟਸ ਪਤਾ ਚੱਲਦੇ ਨੇ ਕਿ ਉਹ ਬੱਚੇ। ਮੈਕਰੋ ਇਕਨੋਮਿਕਸ ਦੀ ਸਟੱਡੀ ਕਰਕੇ ਮੈਨੂੰ ਇੰਪਲੋਇਮੈਂਟ ਦੀ ਥਿਊਰੀ ਦਾ ਪਤਾ ਚੱਲਦਾ ਹੈ। ਸਰ ਇੰਪਲੋਇਮੈਂਟ ਦੀ ਥਿਊਰੀ ਮੀਨਸ ਕਿੰਨੇ ਲੋਕ ਬੇਰੁਜ਼ਗਾਰ ਨੇ, ਕਿੰਨੇ ਮਰਜ਼ੀ ਨਾਲ ਬੇਰੁਜ਼ਗਾਰ ਨੇ, ਕਿੰਨੇ ਬਿਨਾਂ ਮਰਜ਼ੀ ਤੋਂ ਬੇਰੁਜ਼ਗਾਰ ਨੇ। ਅਸਲ 'ਚ ਬੱਚੇ ਬੇਰੁਜ਼ਗਾਰੀ ਉਹ ਮੰਨੀ ਜਾਂਦੀ ਹੈ ਕਿ ਮਾਰਕੀਟ ਦੇ ਵਿੱਚ ਇੱਕ ਰੇਟ ਤੈਅ ਹੁੰਦਾ। ਫੋਰ ਐਗਜ਼ਾਮਪਲ, ਅੱਜ ਦੀ ਡੇਟ 'ਚ ਆਪਾਂ ਕਹੀਏ ਵੀ ਇੰਡੀਆ ਦੇ ਵਿੱਚ 15,000 ਰੁਪਏ ਪਰ ਮੰਥ ਕਿਸੇ ਨੂੰ ਵੀ ਮਿਲ ਜਾਣਾ ਇੱਕ ਆਮ ਗੱਲ ਹੈ। ਮੈਂ 15,000 ਰੁਪਏ ਮਹੀਨੇ ਤੇ ਕੰਮ ਕਰਨਾ ਚਾਹੁੰਦਾ ਹੈ,
बट मैनू 15,000 रुपये महीने का काम मिल नहीं रहा है। लेकिन 15,000 रुपये कोई बहुत बड़ी रकम नहीं हैगी। 15,000 रुपये एक नॉर्मल लैवल है। ਜਦੋਂ ਕੋਈ ਨਾਰਮਲ ਲੈਵਲ ਤੇ ਨਾਰਮਲ ਰੇਟ ਤੇ ਮਾਰਕੀਟ ਦੇ ਵਿੱਚ ਕੰਮ ਕਰਨਾ ਚਾਹੁੰਦਾ ਹੈ ਔਰ ਉਹਨੂੰ ਕੰਮ ਨਾ ਮਿਲੇ, ਉਸ ਬੰਦੇ ਨੂੰ ਬੇਰੁਜ਼ਗਾਰ ਕਹਿੰਦੇ ਹਾਂ ਅਸੀਂ। ਹੁਣ ਤੁਹਾਡੇ ਨਖਰੇ ਹੈਗੇ ਜ਼ਿਆਦਾ। 15,000 रुपये महीना ਤੇ ਕਦੋਂ ਵੀ ਕਿਸੇ ਵੀ ਟਾਈਮ ਜੋਬ ਲੈ ਲਓ, ਮਿਲ ਰਹੀ ਹੈ। ਲੇਕਿਨ ਤੁਹਾਡਾ ਨਖਰਾ ਹੈ ਕਿ ਮੈਂ ਤਾਂ 25,000 रुपये पर मंथ ਤੇ ਕੰਮ ਕਰੂੰਗਾ ਜਾਂ 40,000 रुपये ਤੇ ਕੰਮ ਕਰੂੰਗਾ। ਲੇਕਿਨ ਸਭ ਨੂੰ ਪਤਾ ਹੈ ਕਿ ਮਾਰਕੀਟ ਦੇ ਵਿੱਚ 15,000 रुपये ਰੇਟ ਚੱਲਦਾ ਹੈ। ਜੇ ਮਾਰਕੀਟ 'ਚ 15,000 रुपये ਰੇਟ ਚੱਲਦਾ ਹੈ, ਉਸ ਰੇਟ ਦੇ ਵਿੱਚ ਤੁਸੀਂ ਜੇ ਕੰਮ ਕਰਨ ਲਈ ਰੈਡੀ ਹੋ ਔਰ ਤੁਹਾਨੂੰ ਕੰਮ ਮਿਲ ਰਿਹਾ ਹੈ, ਦੈਨ ਯੂ ਆਰ ਨਾਟ ਅਨਇੰਪਲੋਇਡ, ਯੂ ਆਰ ਇੰਪਲੋਇਡ। ਤੁਸੀਂ ਆਪਣੀ ਮਰਜ਼ੀ ਨਾਲ ਵਿਹਲੇ ਬੈਠੇ ਹੋ। ਇਸ ਚੀਜ਼ ਨੂੰ ਅਸੀਂ ਕਾਊਂਟ ਨਹੀਂ ਕਰਦੇ ਹੈਗੇ, ਠੀਕ ਹੈ। ਜੋ ਬੰਦਾ ਆਪਣੀ ਮਰਜ਼ੀ ਨਾਲ ਕਿਸੇ ਵੀ ਕੰਮ ਨੂੰ ਛੱਡਦਾ ਹੈ। ਇਨ ਵੈਰੀ ਸ਼ਾਰਟ ਡੈਫੀਨੇਸ਼ਨ ਵੀ ਬਣ ਗਈ ਕਿ ਮਾਰਕੀਟ ਦੇ ਵਿੱਚ ਜੇ ਕੋਈ ਰੇਟ ਚੱਲ ਰਿਹਾ ਹੈ, ਉਸ ਰੇਟ ਤੇ ਕੋਈ ਬੰਦਾ ਕੰਮ ਕਰਨ ਨੂੰ ਤਿਆਰ ਹੈ ਔਰ ਉਹਨੂੰ ਕੰਮ ਮਿਲ ਵੀ ਰਿਹਾ ਹੈ, ਤਾਂ ਉਹ ਬੇਰੁਜ਼ਗਾਰ ਨਹੀਂ ਹੈ। ਲੇਕਿਨ ਮਾਰਕੀਟ 'ਚ ਜੋ ਰੇਟ ਚੱਲ ਰਿਹਾ ਉਸ ਰੇਟ ਤੇ ਮੈਂ ਕੰਮ ਕਰਨ ਲਈ ਤਿਆਰ ਹਾਂ, ਲੇਕਿਨ ਫਿਰ ਵੀ ਮੈਨੂੰ ਕੰਮ ਨਹੀਂ ਮਿਲ ਰਿਹਾ, ਉਹ ਬੇਰੁਜ਼ਗਾਰੀ ਹੈ। ਕੋਈ ਆਪਣੀ ਮਰਜ਼ੀ ਨਾਲ ਬੇਰੁਜ਼ਗਾਰ ਹੈ, ਉਹ ਚੀਜ਼ ਨਹੀਂ। ਤਾਂ ਮੈਕਰੋ ਇਕਨੋਮਿਕਸ ਦੀ ਸਟੱਡੀ ਕਰਕੇ ਮੈਨੂੰ ਰੁਜ਼ਗਾਰ ਦੀ, ਬੇਰੁਜ਼ਗਾਰੀ ਦੀ ਥਿਊਰੀਜ਼ ਦਾ ਪਤਾ ਚੱਲਦਾ ਹੈ, ਕਿਉਂ ਅਨਇੰਪਲੋਇਮੈਂਟ ਹੈ ਉਸ ਚੀਜ਼ ਦਾ ਪਤਾ ਚੱਲਦਾ ਹੈ, ਔਰ ਕਿਸ ਤਰ੍ਹਾਂ ਇਸ ਬੇਰੁਜ਼ਗਾਰੀ ਦੀ ਸਮੱਸਿਆ ਦਾ ਹੱਲ ਕੀਤਾ ਜਾ ਸਕਦਾ ਹੈ, ਇਸ ਨਾਲ ਲੜਿਆ ਜਾ ਸਕਦਾ ਹੈ, ਉਸ ਬਾਰੇ ਮੈਂ ਸਟੱਡੀ ਕਰਦਾ। ਥਿਊਰੀ ਆਫ ਮਨੀ, ਮਨੀ ਦੀ ਥਿਊਰੀ। ਮਨੀ ਬੱਚੇ ਅੱਜ ਕੱਲ੍ਹ ਤੁਹਾਨੂੰ ਪਤਾ ਹੈ ਆਨਲਾਈਨ ਪੇਮੈਂਟ ਹੈ। ਅੱਜ ਕੱਲ੍ਹ ਆਪਾਂ ਪਲਾਸਟਿਕ ਮਨੀ ਬੋਲਦੇ ਹਾਂ ਉਸ ਚੀਜ਼ ਨੂੰ। ਡੈਬਿਟ ਕਾਰਡ ਹੈ, ਕ੍ਰੈਡਿਟ ਕਾਰਡ ਹੈ, ਪੇਟੀਐਮ ਹੈ, UPI ਮਨੀ ਹੈ, ਫੋਨਪੇ, ਗੂਗਲ ਪੇ, ਸੋ ਮੈਨੀ ਐਪਸ ਆਰ ਦੇਅਰ ਇਨ ਰੀਸੈਂਟ ਟਾਈਮਸ। ਦੇਖੋ ਕਿਸੇ ਟਾਈਮ ਹੁੰਦਾ ਸੀ ਕਿ ਬਾਰਟਰ ਸਿਸਟਮ ਸੀਗਾ ਔਰ ਦੈਨ ਫਿਰ ਸਿੱਕੇ ਚੱਲੇ, ਸਿੱਕੇ ਤੋਂ ਬਾਅਦ ਹੌਲੀ ਹੌਲੀ ਕਾਗਜ਼ ਦਾ ਨੋਟ ਆ ਗਿਆ ਔਰ ਅੱਜ ਕੱਲ੍ਹ ਕਾਗਜ਼ ਦੇ ਨੋਟ ਤੋਂ ਵੀ ਅਸੀਂ ਸ਼ਿਫਟ ਹੋ ਕੇ ਆਨਲਾਈਨ ਮਨੀ ਦੀ ਤਰਫ ਟ੍ਰਾਂਸਫਰ ਹੋ ਰਹੇ ਹਾਂ। ਔਰ ਇਹ ਮਨੀ ਕੀ ਹੈ, ਕ੍ਰੀਏਸ਼ਨ ਕੀ ਹੈ ਮਨੀ ਦੀ, ਉਧਾਰ ਕਿਵੇਂ ਸਿਸਟਮ ਚੱਲ ਰਿਹਾ ਹੈ। ਦੇਖੋ ਬੱਚੇ, ਬੈਂਕਾਂ ਦੇ ਵਿੱਚ ਥੋੜਾ ਪੈਸਾ ਜਮ੍ਹਾਂ ਹੈ। ਜੋ ਪੈਸਾ ਬੈਂਕ ਦੇ ਵਿੱਚ ਜਮ੍ਹਾਂ ਹੈ, ਬੈਂਕ ਉਸ ਪੈਸੇ ਨੂੰ ਆਪਣੀ ਤਿਜੋਰੀ ਦੇ ਵਿੱਚ ਨਹੀਂ ਰੱਖਦਾ, ਬੈਂਕ ਉਸ ਪੈਸੇ ਨੂੰ ਕਿਸੇ ਹੋਰ ਨੂੰ ਲੋਨ ਦੇ ਦਿੰਦਾ ਹੈ ਔਰ ਉਸ ਬੰਦੇ ਤੋਂ ਵਿਆਜ ਚਾਰਜ ਕਰਦਾ ਹੈ। ਔਰ ਤੁਸੀਂ ਸੋਚਦੇ ਹੋ ਤੁਹਾਡਾ ਪੈਸਾ ਬੈਂਕ 'ਚ ਜਮ੍ਹਾਂ ਹੈ, ਔਰ ਤੁਸੀਂ ਸਹੀ ਸੋਚਦੇ ਹੋ, ਤੁਹਾਡਾ ਪੈਸਾ ਤਾਂ ਸੱਚੀ ਬੈਂਕ ਦੇ ਵਿੱਚ ਜਮ੍ਹਾਂ ਹੈ। ਹੁਣ ਜਦੋਂ ਤੁਸੀਂ ਕੋਈ ਪੇਮੈਂਟ ਕਰਨੀ ਹੈ, ਤੁਸੀਂ ਚੈੱਕ ਕੱਢ ਦਿੰਦੇ ਹੋ ਜਾਂ ਆਨਲਾਈਨ ਪੇਮੈਂਟ ਕਰ ਦਿੰਦੇ ਹੋ। ਜਿਹੜੀ ਆਨਲਾਈਨ ਪੇਮੈਂਟ ਹੈ ਉਹਨੂੰ ਕ੍ਰੈਡਿਟ ਮਨੀ ਬੋਲਦੇ ਆ। ਉਹ ਕ੍ਰੈਡਿਟ ਕ੍ਰੀਏਸ਼ਨ ਹੈ ਇੱਕ ਤਰ੍ਹਾਂ ਦਾ, ਉਹ ਮਲਟੀਪਲਾਇਰ ਹੈ। ਤੁਹਾਡਾ ਇੱਕ 10 ਲੱਖ ਹੈ ਤੁਹਾਡਾ ਬੈਂਕ 'ਚ ਜਮ੍ਹਾਂ ਹੈ, ਉਹੀ ਬੈਂਕ ਨੇ ਉਹ 10 ਲੱਖ ਚੋਂ 9 ਲੱਖ ਰੁਪਏ ਅੱਗੇ ਕਿਸੇ ਨੂੰ ਲੋਨ ਦੇਤਾ, ਤਾਂ ਤੁਹਾਡੇ 10 ਲੱਖ ਦਾ 19 ਲੱਖ ਬਣ ਗਿਆ। 19 ਲੱਖ ਬਣਾਉਣ ਵਾਸਤੇ ਜ਼ਿੰਮੇਵਾਰ ਕੌਣ ਹੈ? ਇੱਕ ਬੈਂਕ ਜ਼ਿੰਮੇਵਾਰ। ਕ੍ਰੈਡਿਟ ਮਨੀ ਕ੍ਰੀਏਟ ਹੋ ਗਈ। ਤੁਸੀਂ ਵੀ ਖੁਸ਼ ਹੋ ਕਿ ਤੁਹਾਡਾ ਬੈਂਕ 'ਚ ਪੈਸਾ ਪਿਆ, ਤੁਹਾਨੂੰ ਪੈਸਾ ਮਿਲ ਜੂਗਾ, ਤੁਹਾਡੇ ਪੇਮੈਂਟ ਰੁਕਦੀ ਨਹੀਂ, ਕਿਉਂਕਿ ਇੱਕ ਬੈਂਕ ਦੂਸਰੇ ਬੈਂਕ ਨੂੰ ਸਪੋਰਟ ਕਰਦਾ ਹੈ। ਹਰ ਇੱਕ ਬੈਂਕ ਆਪਣੇ ਕੋਲ ਥੋੜਾ ਕੈਸ਼ ਰੱਖਦਾ ਹੈ, ਜਿੰਨੇ ਵੀ ਪੈਸੇ ਉਸ ਕੋਲ ਡਿਪੋਜ਼ਿਟ ਹੁੰਦੇ ਆ ਉਹ ਸਾਰੇ ਦੇ ਸਾਰੇ ਪੈਸੇ ਆਪਣੀ ਤਿਜੋਰੀ 'ਚ ਨਹੀਂ ਰੱਖਦਾ, ਉਸ ਪੈਸੇ ਨੂੰ ਯੂਜ਼ ਕਰਦਾ ਹੈ, ਅੱਗੇ ਬਿਜ਼ਨੈਸਸ ਨੂੰ ਦੇ ਦਿੰਦਾ ਉਸ ਪੈਸੇ ਨੂੰ, ਤਾਂ ਕਿ ਅਰਨਿੰਗ ਚੱਲਦੀ ਰਹੇ। RBI ਬੈਂਕਾਂ ਦਾ ਸਿਸਟਮ ਕਿਵੇਂ ਹੈ, ਬੈਂਕ ਇੱਕ ਦੂਸਰੇ ਨਾਲ ਕਿੱਦਾਂ ਲਿੰਕਡ ਨੇ। ਤੁਸੀਂ ਬੱਚੇ ਇੰਡੀਆ ਦੇ ਵਿੱਚ, ਪੰਜਾਬ ਦੇ ਵਿੱਚੋਂ ਤੁਸੀਂ ਕੇਰਲਾ ਦੇ ਵਿੱਚ ਚਲੇ ਗਏ ਜਾਂ ਤੁਸੀਂ ਕੋਲਕਾਤਾ ਚਲੇ ਗਏ, ਕੈਲਕੱਤਾ ਵੀ ਬੋਲ ਦਿੰਦੇ ਨੇ, ਕੋਲਕਾਤਾ ਵੀ ਬੋਲ ਦਿੰਦੇ ਨੇ, ਤੁਸੀਂ ਬੱਚੇ ਉੱਥੋਂ ਕਿਸੇ ਵੀ ATM 'ਚੋਂ ਆਪਣੇ ਪੈਸੇ ਕਢਵਾ ਲੈਣੇ ਹੋ। ਇਹ ਕਿਵੇਂ ਸਿਸਟਮ ਆਪਸ 'ਚ ਇੱਕ ਦੂਸਰੇ ਨਾਲ ਲਿੰਕਡ ਹੈ, ਇਸ ਚੀਜ਼ ਦੀ ਸਟੱਡੀ, ਮਨੀ ਦੀ ਥਿਊਰੀ। ਮਾਰਕੀਟ ਦੇ ਵਿੱਚ ਪੈਸਾ ਜ਼ਿਆਦਾ ਆ ਗਿਆ ਤਾਂ ਮਹਿੰਗਾਈ ਹੋ ਜਾਂਦੀ ਹੈ, ਮਾਰਕੀਟ 'ਚ ਪੈਸਾ ਘੱਟ ਜਾਵੇ ਤਾਂ ਮੰਦੀ ਹੋ ਜਾਂਦੀ ਹੈ। ਇਹ ਸਭ ਚੀਜ਼ਾਂ ਦੀ ਜਿਹੜੀ ਸਟੱਡੀ ਹੈ ਜਾਂ ਜਾਣਕਾਰੀ ਹੈ ਉਹਨੂੰ ਥਿਊਰੀ ਆਫ ਮਨੀ ਆਪਾਂ ਕਹਿੰਦੇ ਹਾਂ। ਔਰ ਇਹ ਮੈਕਰੋ ਇਕਨੋਮਿਕਸ ਦੀ ਸਟੱਡੀ ਕਰਕੇ ਸਾਨੂੰ ਪਤਾ ਚੱਲਦਾ ਹੈ। ਮੀਨਸ ਟੂ ਸੇ ਵੀ ਜਿਹੜੀ ਆਪਣੀ ਬੁੱਕ ਹੈ ਪੂਰੀ ਦੀ ਪੂਰੀ ਇਹ ਐਕਚੁਅਲੀ ਹੈ ਹੀ ਮੈਕਰੋ ਇਕਨੋਮਿਕਸ। ਉਹਦੇ ਵਿੱਚ ਅੱਗੇ ਚੈਪਟਰ ਨੇ ਜਿਹੜੇ ਉਹ ਵੀ ਸਾਰੇ ਮੈਕਰੋ ਇਕਨੋਮਿਕਸ ਦੀ ਸਟੱਡੀ ਦੇ ਨਾਲ ਹੀ ਰਿਲੇਟ ਕਰਦੇ ਨੇ। ਔਰ ਇਹ ਛੋਟੇ ਛੋਟੇ ਪੁਆਇੰਟਸ ਅੱਗੇ ਜਾ ਕੇ ਚੈਪਟਰ ਬਣ ਜਾਣਗੇ, ਉੱਥੇ ਜਾ ਕੇ ਆਪਾਂ ਬਹੁਤ ਫੁੱਲ ਇਲੈਬੋਰੇਸ਼ਨ ਐਂਡ ਡਿਸਕਸ਼ਨ ਇਸ ਬਾਰੇ ਕਰਨੀ ਹੋਈ ਹੈ। ਮੈਕਰੋ ਇਕਨੋਮਿਕਸ ਦੀ ਸਟੱਡੀ ਕਰਨ ਦਾ ਫਾਇਦਾ ਕੀ ਹੈ ਅਗਲਾ, ਜਾਂ ਇਸ ਦਾ ਸਕੋਪ ਕੀ ਹੈ? ਬੱਚੇ, ਮੈਨੂੰ ਜਨਰਲ ਪ੍ਰਾਈਸ ਲੈਵਲ ਤੇ ਇਨਫਲੇਸ਼ਨਰੀ ਐਂਡ ਡੀਫਲੇਸ਼ਨਰੀ ਗੈਪਸ ਦਾ ਪਤਾ ਚੱਲ ਜਾਂਦਾ ਹੈ। ਸਰ, ਇਨਫਲੇਸ਼ਨਰੀ ਗੈਪ ਐਂਡ ਡੀਫਲੇਸ਼ਨਰੀ ਗੈਪ ਕੀ ਹੁੰਦਾ? ਹਾਲਾਂਕਿ ਮੈंने ਤੁਹਾਨੂੰ ਅੱਗੇ ਦੱਸਣਾ ਹੀ ਹੈ, ਔਰ ਜਦੋਂ ਉਸ ਵਕਤ ਮੈਂ ਵੀਡੀਓ ਬਣਾਉਂਗਾ ਉਸ ਵਕਤ ਵੀ ਮੈਨੂੰ ਡਿਟੇਲ ਦੇਣੀ ਪਏਗੀ। ਤਾਂ ਇਸ ਵਕਤ ਤੁਸੀਂ ਇਨ ਵੈਰੀ ਸ਼ੋਰਟ ਯਾਦ ਰੱਖੋ ਵੀ ਜਦੋਂ ਮਹਿੰਗਾਈ ਹੋ ਰਹੀ ਹੁੰਦੀ ਹੈ ਜਾਂ ਜਦੋਂ ਚੀਜ਼ਾਂ ਸਸਤੀਆਂ ਹੋ ਰਹੀਆਂ ਹੁੰਦੀਆਂ ਨੇ ਤਾਂ ਇੱਕੋ ਦਮ ਨਹੀਂ ਸਸਤੀਆਂ ਹੋ ਜਾਂਦੀਆਂ ਕਿ ਰਾਤੋਂ ਰਾਤ। ਇਹ ਕੋਈ ਪੈਟਰੋਲ थोड़ी है कि आज रात से नए नियम लागू होंगे, ऐसा नहीं होता। कोई चीज़ इस वक्त आलू 50 रुपये किलो है
ਤਾਂ ਤੁਹਾਡੇ ਘਰ ਦੇ ਵਿੱਚ 50 ਰੁਪਏ ਕਿਲੋ ਆਲੂ ਪਿਆ ਹੈ, ਫੋਰ ਐਗਜ਼ਾਮਪਲ ਮੰਨ ਕੇ ਚੱਲਦੇ ਹਾਂ, ਤੁਹਾਨੂੰ 1 ਕਿਲੋ ਆਲੂ ਰੱਖਿਆ ਹੋਇਆ ਤੁਹਾਡੇ ਘਰ ਦੇ ਵਿੱਚ, ਤੁਸੀਂ ਅਗਲੇ ਦਿਨ ਜਾਂਦੇ ਹੋ ਤਾਂ ਇੱਕੋਦਮ ਥੋੜੀ ਆਲੂ ਸਸਤਾ ਹੋ ਜਾਊਗਾ, 50 ਹੈ ਤਾਂ ਸ਼ਾਇਦ ਕੱਲ੍ਹ ਨੂੰ 40 ਹੋਏਗਾ, ਫਿਰ ਸ਼ਾਇਦ 30 ਹੋਏਗਾ, ਹੌਲੀ ਹੌਲੀ ਉਤਰੇਗਾ। ਸਰ ਕਿਸ ਤਰ੍ਹਾਂ? ਚਲੋ ਮੈਂ ਤੁਹਾਨੂੰ ਦੱਸਦਾ ਇੱਕ ਸ਼ਾਰਟਕਟ। ਮੈਂ ਇੱਕ ਟਰੇਡਰ ਆ, 50 ਰੁਪਏ ਕਿਲੋ ਆਲੂ ਮੈਂ ਮਾਰਕੀਟ 'ਚ ਵੇਚਦਾ, ਮੈंने खुद ने तो 35 रुपये किलो खरीदे होया ना चावल, सॉरी चावल क्या क्या आलू तो मैंने 35 रुपये किलो खरीदे होया ना बच्चे। जे मैं आलू 35 रुपये किलो खरीदे होया तो मैं 1-2 कुंटल या उस तो कितने ज़्यादा खरीदया होगा, कुछ ट्रक खरीदया होगा? सर हो सकता बिल्कुल। फॉर एग्जाम्पल जड़ा मैं कई कुंटल या कई टन आलू खरीदया होया है, पहला मैं उन्होंने बेचूंगा, क्योंकि हुण वो वाला आलू मेरे को जो आया होया इकट्ठा वाला स्टॉक, हुण ऐ तो है नहीं भी किसान ने फसल उगाई और मैनू देती ते होरां बंदियां नूं भी देती, महंगे रेट ते देती, हुण किसान अगले दिन तो फिर दोबारा तो आलू नहीं लेके आ सकता, अगले दिन आलू उगन लई या कोई भी चीज़ नूं आउण लई मार्केट दे विच कुछ टाइम तो लगेगा ही, क्योंकि हर एक चीज़ लगभग एग्रीकल्चर तो प्रोड्यूस होंदी है, जिहड़ी चीज़ एग्रीकल्चर तो प्रोड्यूस नहीं होंदी बिजनेस तो बाहर निकलती है, उस चीज़ नूं भी मार्केट च दोबारा आने लिए टाइम तो लगेगा ना। मैं बहुत बड़ा व्यापारी हूँ, मेरे पास कई क्विंटल आलू है, मैं रखा होया, मैं पहले इन्हू बेचूंगा, इन्हू बेच के ही मैं किसान नू फोन करूंगा कि किसान जी, फार्मर जी, मेरे को और आलू दे दो आप, तो इसमें टाइम तो लगेगा ही। तो मान लीजिए किसान के पास अभी सस्ता वाला आलू है, लेकिन मैंने तो महंगा खरीदा हुआ है ना, जड़ा मैं महंगा आलू खरीदा हुआ है बच्चे, पहला मैं उन्होंने भुगताऊंगा, उन्होंने बेचूंगा, फिर जाके मैं सस्ता आलू लेके आऊँगा, फिर उन्हें सस्ते में बेचूंगा हौली हौली। पहला तो मेरी कोशिश यही होगी। तो सस्ता होने तो इक्को दम सस्ता नहीं होंदा, महंगा होए तो इक्को दम महंगा नहीं होंदा, चीज़ां महंगियां हो गई, चलो मैं मानता महंगी हो गई चीज़ां, लेकिन मैं मार्केट च माल बेच रहा है, मैं नवा माल हले मंगवाया नहीं, लेकिन किसी होर बंदे ने नवा माल मंगवाया, मैं वही वाला आलू 50 रुपये किलो मंगवाया थी, लेकिन आलू महंगा हो गया क्योंकि मेरे को बहुत आलू पिया, हुण उस बंदे ने आलू 80 रुपये किलो मंगवाया, लेकिन मेरे पास तो पुराना आलू पिया ना। ये इन्फॉर्मेशन जब तक मैनू पता चलूगी, शायद 2 दिन निकल जाए, शायद 3 दिन निकल जाए, शायद 4 या 5 दिन निकल जाए, उन्नी देर तक तो मैं आलू सस्ता ही बेची जावांगा ना। तो ये गैप नूं इनफ्लेशनरी या डिफ्लेशनरी गैप होंदे हैं कि रेट एकदम वधदा नहीं, एकदम घटदा नहीं, उहदे गैप दे विच जो रेट होंदे ने या उन्हां चीज़ां नूं आपां समझांगे जदों अपने कोल प्रॉपर इस चैप्टर नूं आपां अगे जद स्टडी करांगे उस टाइम सानू गौरमेंट का रोल समझ आ जाता है। बच्चे सबनों पता है गौरमेंट बजट पेश करती है, जो गौरमेंट बजट पेश करती है तो गौरमेंट दसदी है कि मैं आयुर्वेद ते होम्योपैथी ते एलोपैथी ते स्कूल्स ते कॉलेज ते रोड्स ते ब्रिजेस ते कितना पैसा खर्चनी है, किन्ने हज़ार करोड़ असी एजुकेशन ते खर्चते हैं, कॉलेज की एजुकेशन ते कितना पैसा खर्चते हैं। गौरमेंट जिहड़ी हैगी है ये चीज़ां सोचती है, या गौरमेंट बजट बनाती है तो बजट के पूरी रेशो प्रपोर्शन डिसाइडेड होंदा है, तो यही रोल गौरमेंट का। और मैक्रो इकनॉमिक्स की स्टडी करके मैनू गौरमेंट का रोल जो है वो पता चल जाता है, वो समझ आ जाता है। आई थिंक तुसी रोल ऑफ गवर्नमेंट या गवर्नमेंट बजट का सिस्टम समझ ही होंगे। सर बजट की होंदा, सानू ये दसो। बजट बच्चे इन वैरी शॉर्ट एक ऐसा कागज का टुकड़ा है जिसके उत्ते यह लिखा होया है कि मेरे कोल पैसा कितों कितों आना और वह पैसा मैं कितने कितने भेजना है, भेजना मतलब खर्चना है, ये बजट होंगे। तो गवर्नमेंट बजट का मतलब हो गया कि गवर्नमेंट ने लोगों तो कैसे कैसे टैक्सेस ना किन्ने किन्ने पैसे लेने। गवर्नमेंट डायरैक्ट टैक्स लगाती है, इनडायरैक्ट टैक्स लगाती है। GST इनडायरैक्ट टैक्स है, ਜਿਹੜਾ ਇਨਕਮ ਟੈਕਸ ਹੈ, ਵੈਲਥ ਟੈਕਸ ਹੈ, ਜਾਂ ਹੋਰ ਕਈ ਅਲੱਗ-ਅਲੱਗ ਨਾਮਾਂ ਤੋਂ ਟੈਕਸ ਨੇ ਮਿਊਨਿਸਪੈਲਿਟੀ ਦੇ, ਉਹ ਜਿਹੜੇ ਹੈਗੇ ਨੇ ਆਪਣੇ ਇਨਕਮ ਟੈਕਸ ਆਪਾਂ ਕਹਿ ਸਕਦੇ ਹਾਂ। ਠੀਕ ਹੈ, ਮਤਲਬ ਡਾਇਰੈਕਟ ਟੈਕਸ ਕਹਿ ਸਕਦੇ ਹਾਂ, ਜਿਵੇਂ ਇਨਕਮ ਟੈਕਸ ਹੋ ਗਿਆ, ਵੈਲਥ ਟੈਕਸ ਹੋ ਗਿਆ, ਸਿੱਧਾ ਲੈ ਲਿਆ ਜਾਂਦਾ। ਲੇਕਿਨ ਜਿਹੜਾ GST ਆ ਉਹ ਤੁਸੀਂ ਕੋਈ ਵੀ ਚੀਜ਼ ਖਰੀਦਦੇ ਹੋ ਉਹਦੇ ਵਿੱਚ ਇਨਕਲੂਡ ਹੁੰਦਾ। ਗੌਰਮੈਂਟ ਅਲੱਗ-ਅਲੱਗ ਟੈਕਸਿਸ ਨਾਲ ਲੋਕਾਂ ਤੋਂ ਪੈਸੇ ਲੈ ਲੈਂਦੀ ਹੈ, ਫਿਰ ਉਹ ਪੈਸੇ ਨੂੰ ਉਹ ਖਰਚ ਕਰਦੀ ਹੈ। ਚਾਹੇ ਸਕੂਲਸ ਦੇ ਖਰਚੇ, ਸਰਕਾਰੀ ਨੌਕਰਾਂ ਨੂੰ ਤਨਖਾਹ ਦੇਣ ਲਈ ਖਰਚੇ, ਡਿਵੈਲਪਮੈਂਟ ਲਈ ਖਰਚੇ, ਬਿਜਲੀ ਲਈ ਖਰਚੇ। ਘਾਟਾ ਪੈ ਜਾਂਦਾ ਕਈ ਵਾਰ ਗੌਰਮੈਂਟ ਨੂੰ ਭਲੇ ਦੇ ਕੰਮ ਕਰਦੇ ਕਰਦੇ, ਪਾਰਕ ਬਣਾਵੇ, ਸਕੂਲ ਬਣਾਵੇ, ਕਾਲਜ ਬਣਾਵੇ, ਸਰਕਾਰੀ ਬਿਲਡਿੰਗਸ ਬਣਾਵੇ, ਹਸਪੀਟਲ ਬਣਾਵੇ, ਸਰਕਾਰ ਦਾ ਖਰਚਾ ਹੁੰਦਾ। ਕਈ ਵਾਰ ਸਰਕਾਰ ਦਾ ਬੱਚੇ ਖਰਚਾ ਟੈਕਸ ਜਿਹੜੇ ਉਹ ਲੈਂਦੀ ਹੈ ਉਸ ਤੋਂ ਸਰਕਾਰ ਦਾ ਖਰਚਾ ਜ਼ਿਆਦਾ ਹੀ ਹੋ ਜਾਂਦਾ ਭਲਾ ਕਰਨ ਦੇ ਚੱਕਰ ਦੇ ਵਿੱਚ। ਤਾਂ ਉਹ ਪੈਸੇ ਕਿੱਥੋਂ ਆਉਂਦੇ ਨੇ? ਜਾਂ ਤਾਂ ਗੌਰਮੈਂਟ ਉਹ ਪੈਸੇ ਨੂੰ ਲੋਨ ਲੈਂਦੀ ਹੈ,
ਜਾਂ ਬੱਚੇ ਗੌਰਮੈਂਟ ਨਵੇਂ ਨੋਟ ਛਾਪ ਦਿੰਦੀ ਹੈ। ਨਵੇਂ ਨੋਟ ਛਾਪ ਦਿੰਦੀ ਹੈ, ਉਹ ਇੱਕ ਅੱਛੀ ਬਾਤ ਨਹੀਂ ਹੈ, ਉਸ ਨਾਲ ਇਕਨੋਮੀ ਡਾਊਨ ਹੁੰਦੀ ਹੈ, ਪੈਸੇ ਦੀ ਵੈਲਿਊ ਘਟਦੀ ਹੈ। ਇਸੇ ਚੀਜ਼ ਨੂੰ ਅਸੀਂ ਫਿਸਕਲ ਡੈਫੀਸ਼ੀਟ ਬੋਲਦੇ ਹਾਂ। ਜਦੋਂ ਸਰਕਾਰ ਨੂੰ ਆਏ ਹੋਏ ਪੈਸੇ ਘਟ ਜਾਣ ਔਰ ਖਰਚਣ ਵਾਲੇ ਪੈਸੇ ਵੱਧ ਜਾਣ, ਇਸ ਨੂੰ ਬੋਲਦੇ ਨੇ ਫਿਸਕਲ ਡੈਫੀਸ਼ੀਟ। ਹਿੰਦੀ ਚ ਨੂੰ ਬੋਲਦੇ ਨੇ ਰਾਜਕੋਸ਼ੀय ਘਾਟਾ। ਓਕੇ ਬੱਚੇ, ਨੈਕਸਟ ਪੁਆਇੰਟ ਬੱਚੇ ਆਪਣੇ ਕੋਲ ਹੈਗਾ ਐਕਸਚੇਂਜ ਰੇਟ ਐਂਡ ਬੈਲੈਂਸ ਆਫ ਪੇਮੈਂਟ। ਸਾਨੂੰ ਮੈਕਰੋ ਇਕਨੋਮਿਕਸ ਦੀ ਸਟੱਡੀ ਕਰਕੇ ਪਤਾ ਚੱਲਦਾ ਹੈ ਵੀ ਡਾਲਰ, ਪਾਉਂਡ, ਰਿਆਲ, ਯੂਆਨ, ਰੈਨਮਿਨਬੀ, ਇਹ ਅਲੱਗ ਅਲੱਗ ਕੰਟਰੀਜ਼ ਦੀ ਕਰੰਸੀਜ਼ ਨੇ। ਠੀਕ ਹੈ, ਰੈਨਮਿਨਬੀ ਚਾਈਨੀਜ਼ ਹੈ, ਠੀਕ ਹੈ, ਯੂਆਨ ਜਾਪਨੀਜ਼ ਹੈ, ਪਾਉਂਡ ਇੰਗਲੈਂਡ ਦਾ ਹੈ, ਡਾਲਰ ਕੈਨੇਡੀਅਨ ਹੈ, ਅਮੈਰੀਕਨ ਹੈ, ਆਸਟ੍ਰੇਲੀਅਨ ਹੈ, ਰਿਆਲ ਹੈ ਆਪਣੇ ਕੋਲ ਬਹੁਤ ਜ਼ਿਆਦਾ। ਠੀਕ ਹੈ, ਦਿਨਾਰ ਹੈ, ਅਲੱਗ ਅਲੱਗ ਆਪਣੇ ਕੋਲ ਪੁਆਇੰਟਸ ਨੇ। ਠੀਕ ਹੈ, ਐਕਸਚੇਂਜ ਰੇਟ ਤੇ ਬੈਲੈਂਸ ਆਫ ਪੇਮੈਂਟ ਬਾਰੇ ਪਤਾ ਚੱਲਦਾ ਹੈ। ਬੈਲੈਂਸ ਆਫ ਪੇਮੈਂਟ ਦਾ ਮਤਲਬ ਹੈ ਇੰਪੋਰਟ ਐਂਡ ਐਕਸਪੋਰਟ ਦਾ ਡਿਫਰੈਂਸ। ਇੰਪੋਰਟ ਐਂਡ ਐਕਸਪੋਰਟ ਦਾ ਡਿਫਰੈਂਸ ਜਿਹੜਾ ਹੈਗਾ ਨੈਗੇਟਿਵ ਵੀ ਹੋ ਸਕਦਾ ਹੈ। ਫਸਟ ਸਰ ਨੈਗੇਟਿਵ ਕਿਵੇਂ ਹੋਊਗਾ? ਮੈਂ ਫੋਰਨ ਕੰਟਰੀ ਚੋਂ ਮਾਲ ਜ਼ਿਆਦਾ ਮੰਗਵਾ ਰਿਹਾ, ਮਤਲਬ ਇੰਪੋਰਟ ਕਰ ਰਿਹਾ ਮੈਂ ਬਾਹਰਲੀ ਕੰਟਰੀ ਤੋਂ 10 ਰੁਪਏ ਦਾ, ਲੇਕਿਨ ਮੈਂ ਬਾਹਰ ਚੀਜ਼ਾਂ ਭੇਜ ਰਿਹਾ ਸਿਰਫ 6 ਰੁਪਏ ਦੀਆਂ, ਤਾਂ ਮੇਰਾ 4 ਰੁਪਏ ਬਾਹਰ ਨਹੀਂ ਜਾਊਗਾ ਜ਼ਿਆਦਾ, ਕਿਉਂਕਿ ਮੈਂ ਇੰਪੋਰਟ ਜ਼ਿਆਦਾ ਕੀਤਾ ਹੈ। ਤੈਨੂੰ ਨੈਗੇਟਿਵ ਬੈਲੈਂਸ ਆਫ ਪੇਮੈਂਟ ਬੋਲਦੇ ਹਾਂ। ਲੇਕਿਨ ਬੱਚੇ ਜੇ ਮੈਂ ਬਾਹਰ ਭੇਜਾਂ 10 ਰੁਪਏ ਦਾ ਸਮਾਨ ਤਾਂ ਮੇਰੇ ਕੋਲ ਤਾਂ 10 ਰੁਪਏ ਆ ਗਏ। ਠੀਕ ਹੈ, ਔਰ ਬਾਹਰੋਂ ਮੈਂ ਮੰਗਵਾਵਾਂ ਸਿਰਫ 4 ਰੁਪਏ ਦਾ ਸਮਾਨ ਤਾਂ ਮੇਰਾ ਬਾਹਰ ਤਾਂ 4 ਰੁਪਏ ਗਿਆ, ਲੇਕਿਨ ਬਾਹਰੋਂ ਆਇਆ ਤਾਂ 10 ਹੈ, ਲੇਕਿਨ ਵਾਪਸ ਤਾਂ 4 ਹੀ ਗਿਆ, ਤਾਂ 6 ਰੁਪਏ ਮੇਰੇ ਕੋਲ ਰਹਿ ਗਏ। ਮਤਲਬ ਮੈंने एक्सपोर्ट ज़्यादा करना है तो बैलेंस ऑफ पेमेंट प्लस जाएगा। अंडरस्टैंड बच्चे? बस लास्ट अपने को एक छोटा जा टॉपिक है, दैन उस तो बाद ये अपने को जो चैप्टर होंगे, फिर कुछ बेसिक कंसैप्ट आप मैक्रो इकोनॉमिक्स की स्टडी करांगे। दैन अच्छा फ़ायदा की है बच्चे? ठीक है, फ़ायदा की है सिग्निफिकेंस जिन्होंने कहने असी मैक्रो इकोनॉमिक्स की स्टडी करने का। बच्चे मैक्रो इकोनॉमिक्स की स्टडी करने का फायदा यह है सानू इकोनॉमी की डिस्क्रिप्शन पता चल जाती है। डिस्क्रिप्शन मीन विवरण पता चल जाता है। सर विवरण मतलब सानू ये पता चल जाता है कि नैशनल इनकम जो है उसके विच किहड़ी सैक्टर तो कितनी अर्निंग है, अलग अलग सैक्टर रिवील हो जाते हैं, इकोनॉमिक एक्टिविटी कितनी है वो पता चल जाता आपां नूं। ठीक है, और बेरोजगारी का पता चल जाता है। बच्चे बेरोजगारी की समस्या का आकार पता चल जाता है, वो प्रॉब्लम कितनी क वड्डी है, तो उस प्रॉब्लम का हल, किसी भी प्रॉब्लम का हल बच्चे उदों पता चलता सानू जदों असीं उस प्रॉब्लम की स्टडी नूं बहुत ही हार्डर लैवल के उत्ते जाके या बहुत बारीक लैवल के उत्ते जाके नूं स्टडी करते हैं। तो स्टडी करने लई मैक्रो इकोनॉमिक्स बड़े लैवल पे और नैशनल इनकम की स्टडी, दैन फिर बहुत बड़े लैवल ते जैसे बारीक लैवल ते स्टडी कर ली। बारीक लैवल में बहुत बड़े लैवल ते कली कली चीज़ नूं देखना ध्यान नाल, फिर समस्या का हल भी असी उस हिसाब नाल कर सकते हैं, जल्दी कर सकते हैं हल। तो बच्चे गवर्नमेंट बजट तो सानू पता चलता है गवर्नमेंट किहड़े सिस्टम नूं किवें चलांदी है, किस चीज़ तो गवर्नमेंट अपना हाथ चक रही है और किस चीज़ तो गवर्नमेंट अपना किस चीज़ के उत्ते हाथ रख रही है। हाथ रखने का मतलब है गवर्नमेंट सपोर्ट कर रही है, सबसिडी दिंदी है, सस्ता कर दी है, और हाथ चक्कन का मतलब है गवर्नमेंट ज़्यादा टैक्स लगाती है, लाइक बीयर, एल्कोहल, सिगरेट, नारकोटिक्स, जिन्ने भी नशे ने उन्होंने बहुत ज़्यादा टैक्स लगाया जाता है ताकि गवर्नमेंट इस चीज़ को मोटिवेट नहीं करना चाहती, लेकिन उसके बावजूद ये चीज़ां कितनी अच्छियां बिकदियां ने। तो सोच के देखो जो गवर्नमेंट ये कामों ते ज़्यादा टैक्स ना लगावे, शराब सस्ती हो जाए तो समाज अपना किधर नूं जाऊगा, बल्कि इन्नी महंगी होंदी है, लोग तां भी खरीदते हैं। और जदों कोई प्याज, आलू या कोई दालां माड़ी जी महंगी हो जाए, शराब महंगी हो जाए तो कोई चक्कर नहीं है, लेकिन जदों कोई जरूरी चीज़ थोड़ी जी महंगी हो जाती है तो कितना रौला पैंदा है। हुण मैं इस बारे की कह सकदा तुहानूं, सिगरेट, नशा, वाहिगुरू। नैक्सट पॉइंट बच्चे सानू रोड मैप ग्रोथ का पता चल जाता है भी साढ़े देश की ग्रोथ सरकार किवें कर रही है या किवें करूगी, उसका रास्ता पता चल जाता रोड मैप। तो मैक्रो इकोनॉमिक्स सानू रोड मैप दसदा ग्रोथ का, विकास का। मैक्रो इकोनॉमिक्स की स्टडी करके सानू खुद नूं भी समझ आ जाता है भी इदा करके या इस तरह का प्लान क्रिएट करके देश नूं ग्रोथ की तरफ या विकास की तरफ लैके आया जा सकता है, क्योंकि सानू देश दे विच ਜ਼ਰੂਰਤਾਂ ਦਾ ਅਹਿਸਾਸ ਹੋ ਜਾਂਦਾ ਹੈ ਵੀ ਇਹ ਜ਼ਰੂਰਤਾਂ ਜਾਂ ਇਹ ਕਮੀਆਂ ਨੇ, ਇਸ ਚੀਜ਼ ਨੂੰ ਇਸ ਤਰ੍ਹਾਂ ਪੂਰਾ ਕੀਤਾ ਜਾ ਸਕਦਾ ਹੈ। ਇਕਨੋਮਿਕ ਸਟੈਬਿਲਿਟੀ, ਜਦੋਂ ਅਸੀਂ ਮੈਕਰੋ ਇਕਨੋਮਿਕ ਦੀ ਸਟੱਡੀ ਕਰਦੇ ਹਾਂ
ਤਾਂ ਆਰਥਿਕ ਸਥਿਰਤਾ ਆਉਂਦੀ ਹੈ, ਕਿਉਂਕਿ ਸਾਨੂੰ ਮੋਨੇਟਰੀ ਪੋਲਿਸੀ ਦੀ ਸਟੱਡੀ ਕਰਨੀ ਪੈਂਦੀ ਹੈ। ਮਹਿੰਗਾਈ ਵੱਧ ਰਹੀ ਹੁੰਦੀ ਹੈ, ਅਸੀਂ ਕੁਝ ਮਾਪਦੰਡ ਨੇ ਆਪਣੇ ਕੋਲ, ਕੁਝ ਟੂਲਸ ਨੇ, ਕੁਝ ਮੈਜ਼ਰਸ ਨੇ ਜਿਨ੍ਹਾਂ ਨੂੰ ਯੂਜ਼ ਕਰਕੇ ਅਸੀਂ ਮਹਿੰਗਾਈ ਜਿਹੜੀ ਵੱਧ ਰਹੀ ਹੁੰਦੀ ਹੈ ਉਸ ਨੂੰ ਕਾਬੂ ਕਰ ਲੈਂਦੇ ਹਾਂ। ਔਰ ਜੇ ਕੋਈ ਮੰਦਾ ਹੋ ਰਿਹਾ ਹੁੰਦਾ ਹੈ ਉਹ ਮੰਦੇ ਨੂੰ ਵੀ ਅਸੀਂ ਠੀਕ ਕਰ ਦਿੰਦੇ ਹਾਂ। ਮਤਲਬ ਸਮੱਸਿਆ ਦਾ ਟਾਈਮ ਨਾਲ ਡਾਇਗਨੋਸ ਹੋ ਜਾਂਦਾ ਹੈ, ਜਾਂਚ ਹੋ ਜਾਂਦੀ ਹੈ, ਔਰ ਜਾਂਚ ਤੋਂ ਬਾਅਦ ਉਸ ਸਮੱਸਿਆ ਦਾ ਅਸੀਂ ਹੱਲ ਕਰ ਦਿੰਦੇ ਹਾਂ। ਚਾਹੇ ਨਵੀਂ ਪੋਲਿਸੀ ਬਣਾਈਏ, ਨਵੀਂ ਨੀਤੀ ਬਣਾਈਏ, ਬਜਟ 'ਚ ਚੇਂਜ ਕਰੀਏ, ਫਿਸਕਲ ਪੋਲਿਸੀ 'ਚ ਚੇਂਜ ਕਰੀਏ, ਮੋਨੇਟਰੀ ਪੋਲਿਸੀ 'ਚ ਚੇਂਜ ਕਰੀਏ। ਪੂਰੇ ਚੈਪਟਰ ਨੂੰ ਮੋਨੇਟਰੀ ਪੋਲਿਸੀ ਪੜ੍ਹਾਂਗੇ ਆਪਾਂ। ਆਰਥਿਕ ਸਥਿਰਤਾ ਲੈ ਕੇ ਆ ਸਕਦੇ ਹਾਂ ਅਸੀਂ ਮੈਕਰੋ ਇਕਨੋਮਿਕਸ ਦੀ ਸਟੱਡੀ ਕਰਕੇ। ਬੜਾ ਸਿੰਪਲ ਪੈਣਾ। BOP ਸਟੇਟਸ, ਹਾਲਾਂਕਿ ਆਪਾਂ ਉੱਪਰ ਵੀ ਪੜ੍ਹਿਆ, ਬੈਲੈਂਸ ਆਫ ਪੇਮੈਂਟ ਦਾ ਸਟੇਟਸ ਚੈੱਕ ਕਰ ਸਕਦੇ ਹਾਂ। ਸਾਡੀ ਕਿੰਨੀ ਕੈਪੈਸਿਟੀ ਐਕਸਪੋਰਟ ਕਰਨ ਦੀ, ਇੰਪੋਰਟ ਕਰਨ ਦੀ ਕਿੰਨੀ ਕੈਪੈਸਿਟੀ ਹੈ, ਇਹਨਾਂ ਚੀਜ਼ਾਂ ਬਾਰੇ ਅਸੀਂ ਸਟੱਡੀ ਕਰ ਸਕਦੇ ਹਾਂ ਬੱਚੇ। ਅਸੀਂ ਗਰੀਬੀ ਤੇ ਆਲੇ ਦੁਆਲੇ ਐਨਵਾਇਰਨਮੈਂਟਲ ਪੋਲਿਊਸ਼ਨ ਬਾਰੇ ਚਰਚਾ ਕਰ ਸਕਦੇ ਹਾਂ ਕਿ ਕਿੰਨਾ ਪੋਲਿਊਸ਼ਨ ਹੋ ਰਿਹਾ ਹੈ, ਉਹਦਾ ਹੱਲ ਕੀ ਹੈ। ਬੱਚੇ ਲਾਈਟ ਪੋਲਿਊਸ਼ਨ ਵਗੈਰਾ ਜੇ ਹੋਰ ਚੀਜ਼ਾਂ ਜਿਹੜੀਆਂ ਕੰਪਨੀਜ਼ ਵਗੈਰਾ ਗਲਤ ਕੰਮ ਕਰਦੀਆਂ ਉਹਨੂੰ ਖਤਮ ਕਰਨ ਲਈ ਇੱਕ ਲਾਅ ਵੀ ਬਣਿਆ ਹੋਇਆ ਹੈ। ਉਹ ਲਾਅ ਵੀ ਮੈਕਰੋ ਇਕਨੋਮਿਕਸ ਦੀ ਸਟੱਡੀ ਕਰਦੇ ਹੀ ਬਣਿਆ, ਜਿਸ ਲਾਅ ਨੂੰ ਬੋਲਦੇ ਅਸੀਂ CSR। ਇਹਦਾ ਮਤਲਬ ਹੁੰਦਾ ਬੱਚੇ ਕਾਰਪੋਰੇਟ ਸੋਸ਼ਲ ਰਿਸਪੌਂਸਿਬਿਲਿਟੀ, ਕਿ ਇੱਕ ਕੰਪਨੀ ਨੂੰ ਆਪਣਾ ਸਮਾਜ ਦੇ ਪ੍ਰਤੀ ਉੱਤਰਦਾਇਿਤਵ ਹੁੰਦਾ ਹੈ, ਉਹਨੂੰ ਸਫਾਈ ਰੱਖੇ, ਪੋਲਿਊਸ਼ਨ ਨਾ ਕਰੇ, ਰੁਜ਼ਗਾਰ ਅੱਛਾ ਦੇਵੇ, ਮਜ਼ਦੂਰ ਨੂੰ ਅੱਛੀ ਤਨਖਾਹ ਦੇਵੇ, ਅੱਛੀ ਕੰਮ ਕਰਨ ਦੀ ਜਗ੍ਹਾ ਦੇਵੇ, ਅੱਛੇ ਕੱਪੜੇ ਦੇਵੇ, ਸੇਫਟੀ ਦੇਵੇ। ਕੋਈ ਕੈਮੀਕਲ ਵਾਲਾ ਕੋਈ ਬਹੁਤ ਖਤਰਨਾਕ ਕੰਮ ਹੈ, ਵਰਕਰ ਵਿਚਾਰਾ ਕੰਮ ਕਰ ਰਿਹਾ ਹੈ, ਉਹਦਾ ਨੁਕਸਾਨ ਨਾ ਹੋ ਜਾਵੇ, ਉਹ ਚੀਜ਼ਾਂ ਦੀ ਮੈਂ ਗੱਲ ਕਰ ਰਿਹਾ। ਠੀਕ ਹੈ ਬੱਚੇ। ਫਿਰ ਨੀਤੀ ਨਿਰਮਾਣ, ਇਹ ਸਭ ਚੀਜ਼ਾਂ ਤੋਂ ਬਾਅਦ ਸਰਕਾਰ ਜਿਹੜੀ ਹੈਗੀ ਹੈ ਮੈਕਰੋ ਇਕਨੋਮਿਕ ਦੀ ਸਟੱਡੀ ਕਰਕੇ ਫਾਈਨਾਂਸ ਮਿਨਿਸਟਰ ਜਾਂ ਬੜੇ ਲੈਵਲ ਦੇ ਆਪਣੇ ਮੰਤਰੀ ਸ਼ੰਤਰੀ ਜੋ ਹੈ ਮੰਤਰਾਲੇ ਆਪਣਾ ਉਹ ਦੇਖਦਾ ਹੈ ਕੁੱਲ ਮੰਗ, ਕੁੱਲ ਸਪਲਾਈ। ਫਿਰ ਉਹਨੇ ਦੇਖਣਾ ਗਰੀਬ ਲੋਕ, ਫਿਰ ਸਭ ਨੂੰ ਪਤਾ ਡਿਪੂ ਹੁੰਦੇ ਨੇ, ਸਸਤੇ ਡਿਪੂ, ਮਹਿੰਗੇ ਡਿਪੂ। ਠੀਕ ਹੈ। ਫਿਰ ਨੀਤੀ ਦਾ ਨਿਰਮਾਣ ਬਣਾਉਣਾ, ਇਹੀ ਚੀਜ਼ਾਂ ਪੈਸੇ ਨਾਲ ਰਿਲੇਟਡ ਵੀ। ਲੋਕ ਗਰੀਬ ਨੇ, ਲੋਕ ਪੜ੍ਹਦੇ ਕਿਉਂ ਨਹੀਂ? ਕਿਉਂਕਿ ਲੋਕ ਇਸ ਕਰਕੇ ਨਹੀਂ ਪੜ੍ਹਦੇ ਕਿਉਂਕਿ ਲੋਕਾਂ ਕੋਲ ਪੈਸਾ ਨਹੀਂ ਹੈਗਾ। ਔਰ ਫਿਰ ਉਹਨਾਂ ਨੂੰ ਦਿਖਦਾ ਹੈ ਵੀ ਪੜ੍ਹ ਕੇ ਕਈ ਵਾਰ ਫਿਰ ਕੰਮ ਨਹੀਂ ਮਿਲਦਾ, ਜਾਂ ਪੜ੍ਹਨ ਲਿਖਣ ਤੋਂ ਬਾਅਦ ਬੱਚਾ ਅੱਛਾ ਨਹੀਂ ਪੜ੍ਹ ਪਾਉਂਦਾ, ਜਾਂ ਫੀਸ ਬਹੁਤ ਜ਼ਿਆਦਾ ਹੈ ਕਾਲਜਸ ਦੀ। ਤਾਂ ਗਵਰਨਮੈਂਟ ਕਾਲਜ ਖੋਲ੍ਹਣਾ, ਮਤਲਬ ਨੀਤੀਆਂ ਚੇਂਜ ਕਰਨੀਆਂ, ਸਰਕਾਰੀ ਫੀਸ ਘੱਟ ਰੱਖਣੀ, ਮਤਲਬ ਛੋਟੀਆਂ ਛੋਟੀਆਂ ਐਸੀਆਂ ਚੀਜ਼ਾਂ ਤਾਂ ਕਿ ਦੇਸ਼ ਦਾ ਭਲਾ ਹੋ ਸਕੇ, ਕੰਜ਼ੰਪਸ਼ਨ ਸਹੀ ਚੱਲੇ। ਅਮੀਰੀ ਗਰੀਬੀ ਦਾ ਫਰਕ, ਪਿਛੜੇ ਹੋਏ ਲੋਕ ਜਿਹੜੇ ਨੇ, ਗਰੀਬ ਜਿਹੜੇ ਰਹਿ ਗਏ, ਉਹਨਾਂ ਨੂੰ ਚਲੋ ਰਿਜ਼ਰਵੇਸ਼ਨ ਦੇ ਕੇ ਥੋੜ੍ਹਾ ਜਿਹਾ ਹਾਈ ਲੈਵਲ 'ਤੇ ਲੈ ਕੇ ਆਉਣਾ। ਇਸ ਤਰ੍ਹਾਂ ਦੀਆਂ ਬੱਚੇ ਛੋਟੀਆਂ ਛੋਟੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਨੇ ਉਹ ਅਸੀਂ ਸਟੱਡੀ ਕਰਦੇ ਹਾਂ। ਬਸ ਇਹੀ ਬੱਚੇ ਵੀ ਅੱਜ ਬਹੁਤ ਆਪਣੇ ਕੋਲ। ਆਪਾਂ ਮੈਕਰੋ ਇਕਨੋਮਿਕਸ ਬਾਰੇ ਸਾਰੀ ਸਟੱਡੀ ਕੀਤੀ। ਮੈਕਰੋ ਇਕਨੋਮਿਕਸ ਦਾ ਪੂਰਾ ਚੈਪਟਰ ਇੰਟਰੋਡਕਸ਼ਨ ਦਾ ਆਪਾਂ ਨੇ ਕਰਿਆ। ਆਈ ਹੋਪ ਤੁਹਾਨੂੰ ਬਹੁਤ ਅੱਛੇ ਤਰੀਕੇ ਨਾਲ ਸਮਝ ਆਈਆਂ ਹੋਣਗੀਆਂ ਚੀਜ਼ਾਂ। ਉਸ ਦੇ ਬਾਵਜੂਦ ਬੱਚੇ ਜੇ ਤੁਹਾਨੂੰ ਕੋਈ ਚੀਜ਼ ਨਹੀਂ ਸਮਝ ਆਈ, ਤੁਹਾਡੇ ਕੋਲ ਕੋਈ ਕੁਐਸਚਨ ਹੈ, ਦੈਨ ਨੋ ਇਸ਼ੂ। ਜਦੋਂ ਤੁਸੀਂ ਮੈਨੂੰ ਫੇਸ ਟੂ ਫੇਸ ਮਿਲੋਗੇ ਦੈਨ ਤੁਸੀਂ ਹਰ ਚੀਜ਼ ਪੁੱਛ ਸਕਦੇ ਹੋ। ਥੈਂਕ ਯੂ।